ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀ। ਹਰ ਹੀ ਹੋਏ ਤਉ ਕਹਾ ਅਚਰਜ ਹੈ। ਸਤਿਗੁਰ ਪਦ ਕੋ ਪ੍ਰਾਪਤ ਵਾਰੋ। ਸਿੱਖ ਪਦ ਦਹੁਅਨ ਤੇ ਗੌਰਵ। ਆਤਮ ਕੀ ਪ੍ਰਾਪਤੀ ਵਿਚਾਰੋ। ਤਾਸ ਮਹਾਤਮ ਨਿਜ ਮੁਖ ਗਾਵਤ। ਜਥਾ ਉਕਤ ਮਤ ਬੁੱਧ ਹਮਾਰੋ। ਸੁਨਹੁ ਸੰਤ ਖਾਲਸ ਪਦ ਜਸ ਕੋ। ਸ਼੍ਰਵਨ ਪ੍ਰਾਪਤ ਹੋਤ ਫਲ ਚਾਰੋ। ਮਨ ਤਨ ਬਲਿਹਾਰੀ ਦਰਸਾਰੀ। ਕੋਟ ਕੋਟ ਬੰਦਨ ਨਮਸਕਾਰਾ। ਬਾਰੰਬਾਰ ਜਾਓ ਲਖਵਾਰੀ। ਪੂਰਨ ਪਿਤ ਗੁਰੂ ਰਾਮ ਹਮਾਰਾ। ਸਗਲ ਦਵਾਰ ਕਉ ਛਾੜ ਕੈ। ਗਹਿਓ ਤੁਹਾਰੋ ਦਵਾਰ। ਬਾਹੇ ਗਹੇ ਕੀ ਲਾਜ ਅਸ। ਗੋਬਿੰਦ ਦਾਸ ਤੁਹਾਰ। ਬਾਹੇ ਗਹੇ ਕੀ ਲਾਜ ਅਸ। ਗੋਬਿੰਦ ਦਾਸ ਤੁਹਾਰ। ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਪਾਤਸ਼ਾਹੀ ਅਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਆਪ ਸਮੁੱਚੀ ਸੰਗਤ ਸਤਿਗੁਰ ਦੀ ਬਖਸ਼ਿਸ਼ ਦੇ ਪਾਤਰ ਬਣ ਰਹੇ ਹੋ। ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਦੇ ਅੰਦਰ ਦੀਵਾਨ ਆਰੰਭ ਹੋਏ। ਗੁਰੂ ਸ਼ਬਦ ਦੇ ਗੁਰਬਾਣੀ ਦੇ ਜਾਪ ਆਸਾ ਕੀ ਵਾਰ ਦੇ ਕੀਰਤਨ ਆਪ ਸਭ ਸਮੁੱਚੀ ਸੰਗਤ ਨੇ ਸਰਵਣ ਕੀਤੇ। ਅਸਥਾਨ ਦੀ ਨਿਤਾ ਪ੍ਰਤ ਮਰਿਆਦਾ ਅਨੁਸਾਰ ਜੋ ਹਰ ਰੋਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਦੀ ਲੜੀਵਾਰ ਵਿਚਾਰ ਇਸ ਅਸਥਾਨ ਤੋਂ ਸਰਵਣ ਕਰਵਾਈ ਜਾਂਦੀ ਹੈ। ਸਤਿਗੁਰੂ ਨੇ ਅੱਜ ਵੀ ਇਹ ਸਮਾਂ ਝੋਲੀ ਵਿੱਚ ਪਾਇਆ। ਆਓ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਤਿਗੁਰਾਂ ਨੂੰ ਨਮਸਕਾਰ ਕਰੀਏ। ਏਕੇ ਵਾਰ ਕਹਿਣ ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਦੋਵੇਂ ਹੱਥ ਜੋੜ ਕਰਕੇ ਸੀਸ ਝੁਕਾਉਂਦੇ ਹੋਏ ਉਚਾਰਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਜਿੱਥੇ ਸ਼ਬਦ ਦੀ ਵਿਚਾਰ ਵਾਸਤੇ ਸਮਾਂ ਪ੍ਰਾਪਤ ਹੋਇਆ, ਉੱਥੇ ਅੱਜ ਇੱਕ ਮਹਾਨ ਗੁਰਸਿੱਖ ਗੁਰੂ ਖਾਲਸਾ ਪੰਥ ਦੇ ਵਾਸਤੇ ਤਨ ਕੁਰਬਾਨ ਕਰਨ ਵਾਲੇ ਉਸ ਸਿੱਦਕੀ ਸਿੱਖ ਜਿਨ੍ਹਾਂ ਨੂੰ ਆਪਾਂ ਰੋਜ਼ਾਨਾ ਅਰਦਾਸ ਦੇ ਵਿੱਚ ਵੀ ਯਾਦ ਕਰਦੇ ਹਾਂ, ਭਾਈ ਸਾਹਿਬ ਭਾਈ ਤਾਰੂ ਸਿੰਘ ਸਾਹਿਬ ਜੀ ਅਰਦਾਸ ਦੇ ਵਿੱਚ ਅਕਸਰ ਗੁਰੂ ਕਾ ਸਿੱਖ ਉਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਵਾਹਿਗੁਰੂ ਸ਼ਬਦ ਦਾ ਉਚਾਰਨ ਕਰਦਾ ਹੈ। ਉਸ ਮਹਾਨ ਗੁਰਸਿੱਖ ਦਾ ਅੱਜ ਜਨਮ ਦਿਹਾੜਾ ਵੀ ਹੈ।
ਉਹਨਾਂ ਦੇ ਜੀਵਨ ਦੇ ਉੱਤੇ ਵੀ ਆਪਾਂ ਝਾਤ ਜ਼ਰੂਰ ਪਾਵਾਂਗੇ ਕਿ ਦੇਖੋ ਜਿਨ੍ਹਾਂ ਗੁਰਸਿੱਖਾਂ ਦਾ ਨਾਮ ਅਰਦਾਸ ਦੇ ਵਿੱਚ ਲਿਆ ਜਾ ਰਿਹਾ ਹੈ। ਪਹਿਲਾਂ ਗੁਰਸਿੱਖ ਪ੍ਰਥਮ ਭਗਉਤੀ ਸਿਮਰ ਕੈ ਅਕਾਲ ਪੁਰਖ ਵਾਹਿਗੁਰੂ ਦੀ ਆਦਿ ਸ਼ਕਤੀ ਪਰਮਾਤਮਾ ਨੂੰ ਨਮਸਕਾਰ ਕਰਦਾ ਹੈ, ਦਸੇ ਪਾਤਸ਼ਾਹੀਆਂ ਦਾ ਨਾਮ ਉਚਾਰਨ ਕਰਦਾ ਹੈ ਅਤੇ ਨਾਲ ਹੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕਰਦਾ ਹੈ। ਸਤਿਗੁਰਾਂ ਦੇ ਨਾਮਾਂ ਤੋਂ ਬਾਅਦ ਪੰਜਾਂ ਪਿਆਰਿਆਂ, ਚਾਰ ਸਾਹਿਬਜ਼ਾਦਿਆਂ, 40 ਮੁਕਤਿਆਂ, ਹਠੀਆਂ, ਜਪੀਆਂ, ਤਪੀਆਂ, ਚਿੱਤਾਂ ਗੁਪਤਾਂ, ਜਿਨ੍ਹਾਂ ਨੇ ਨਾਮ ਜਪਿਆ, ਜਿਨ੍ਹਾਂ ਵੰਡ ਕੇ ਛਕਣ ਦੀ ਸਿੱਖਿਆ ਦਿੱਤੀ ਹੈ, ਜਿਨ੍ਹਾਂ ਨੇ ਸ਼ਰਨ ਆਏ ਵਾਸਤੇ ਦੇਗ ਚਲਾਈ ਹੈ, ਚੜ੍ਹ ਕੇ ਆਏ ਹੋਏ ਵਾਸਤੇ ਤੇਗ ਵੀ ਚਲਾਈ ਹੈ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਨੇ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਗੁਰੂ ਘਰਾਂ ਦੀ ਸੇਵਾ ਵਾਸਤੇ ਬੰਦ-ਬੰਦ ਕਟਵਾਏ, ਜਿਨ੍ਹਾਂ ਨੇ ਚਰਖੜੀਆਂ ਤੇ ਚੜ੍ਹ ਕੇ ਵੀ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਜਿਨ੍ਹਾਂ ਨੇ ਧਰਮ ਹਾਰਿਆ ਨਹੀਂ। ਲੋਕ ਧਰਮ ਹਾਰਦੇ ਨੇ, ਸੰਸਾਰ ਜਿੱਤਦੇ, ਸੰਸਾਰ ਕਮਾਉਂਦੇ ਆ, ਪਰ ਅਰਦਾਸ ਵਿੱਚ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਤਨ ਕੁਰਬਾਨ ਕਰ ਲਿਆ ਪਰ ਧਰਮ ਨਹੀਂ ਹਾਰਿਆ, ਜਿਨ੍ਹਾਂ ਨੇ ਖੋਪੜ ਉਤਰਾਉਣੇ ਮਨਜ਼ੂਰ ਕੀਤੇ ਪਰ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮੋਹਰ ਕੇਸਾਂ ਨੂੰ ਆਪਣੇ ਸਿਰ ਤੋਂ ਵੱਖਰਾ ਨਹੀਂ ਕੀਤਾ, ਤਨ ਤੋਂ ਵੱਖਰਾ ਨਹੀਂ ਕੀਤਾ। ਉਸ ਮਹਾਨ ਗੁਰਸਿੱਖ ਬਾਰੇ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਭੰਗੂ ਲਿਖਦੇ ਨੇ, ਮਾਝੇ ਮੋ ਬਸਤ ਥੇ ਭਲੇ ਸੋ ਪੂਲੇ ਗਾਮ, ਹਠੀ ਤਪੀ ਸਾਚੋ ਸਤੀ ਨਿਹੰਗ ਤਾਰੂ ਸਿੰਘ ਨਾਮ। ਭਾਈ ਰਤਨ ਸਿੰਘ ਭੰਗੂ ਕਹਿੰਦੇ ਮਾਝੇ ਦੇ ਵਿੱਚ ਇੱਕ ਪਿੰਡ ਹੈ ਪੂਲਾ, ਉਸ ਪੂਲੇ ਪਿੰਡ ਦੇ ਵਿੱਚ ਭਾਈ ਜੋਧ ਸਿੰਘ ਦੇ ਘਰ ਇਸ ਮਹਾਨ ਪਵਿੱਤਰ ਆਤਮਾ ਦਾ ਜਨਮ ਹੋਇਆ, ਜਿਨ੍ਹਾਂ ਦਾ ਨਾਮ ਤਾਰੂ ਸਿੰਘ ਰੱਖਿਆ। ਤੇ ਭਾਈ ਰਤਨ ਸਿੰਘ ਭੰਗੂ ਨੇ ਭਾਈ ਤਾਰੂ ਸਿੰਘ ਦੀ ਸ਼ਖਸੀਅਤ ਤੋਂ ਜਾਣੂ ਕਰਾਉਣ ਵਾਸਤੇ ਨਿਹੰਗ ਸ਼ਬਦ ਨਾਲ ਭਾਈ ਤਾਰੂ ਸਿੰਘ ਦੇ ਨਾਮ ਦੇ ਨਾਲ ਲਾਇਆ। ਪੁਰਾਤਨ ਇਤਿਹਾਸਕ ਸਰੋਤਾਂ ਦੇ ਵਿੱਚ ਚਾਹੇ ਬਾਬਾ ਗੁਰਬਖਸ਼ ਸਿੰਘ ਜੀ, ਜਿਨ੍ਹਾਂ ਅਕਾਲ ਤਖਤ ਸਾਹਿਬ ਵਿਖੇ ਸਿਹਰਾ ਬਣ ਕੇ ਲਾੜੀ ਮੌਤ ਦੀ ਵਿਆਹੀ, ਚਾਹੇ ਭਾਈ ਮਨੀ ਸਿੰਘ ਜੀ, ਭਾਈ ਬੁਲਾਕਾ ਸਿੰਘ ਜੀ, ਬਾਬਾ ਤਾਰਾ ਸਿੰਘ ਜੀ ਵਾਂ ਵਾਲੇ, ਬਾਬਾ ਦੀਪ ਸਿੰਘ ਜੀ, ਸਰੋਤਾਂ ਵਿੱਚ ਸਾਡੇ ਇਤਿਹਾਸਕਾਰਾਂ ਨੇ ਸ਼ਹੀਦਾਂ ਨੂੰ ਨਿਹੰਗ ਸ਼ਬਦ ਦੇ ਨਾਲ ਸਨਮਾਨਿਆ। ਭਾਈ ਰਤਨ ਸਿੰਘ ਭੰਗੂ ਕਹਿੰਦੇ ਨੇ ਹਠੀ ਤਪੀ, ਹੱਠ ਕਰਦੇ ਨੇ ਗੁਰੂ ਕੀ ਸੇਵਾ ਦਾ, ਤਪ ਕਰਦੇ ਨੇ ਗੁਰੂ ਕੀ ਸੇਵਾ ਦਾ, ਜਪ ਕਰਦੇ ਨੇ ਗੁਰੂ ਕੇ ਸ਼ਬਦ ਦਾ, ਤੇ ਜਨਮ ਤੋਂ ਹੀ ਮਾਤਾ ਪਿਤਾ ਨੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਣ ਦੀ ਗੁੜਤੀ ਦਿੱਤੀ ਹੋਈ ਹੈ। ਜਿਸ ਸਮੇਂ ਭਾਈ ਤਾਰੂ ਸਿੰਘ ਜੀ ਦਾ ਜਨਮ ਹੁੰਦਾ ਹੈ, ਉਸ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਖਾਲਸਾ ਪੰਥ ਦੀ ਅਗਵਾਈ ਕਰ ਰਹੇ ਨੇ ਸਿੰਘ ਸਾਹਿਬ ਦੀਵਾਨ ਦਰਬਾਰਾ ਸਿੰਘ ਜੀ, ਬੁੱਢੇ ਦਲ ਦੇ ਦੂਸਰੇ ਮੁਖੀ। 8-7 ਸਾਲ ਦੀ ਉਮਰ ਦੇ ਵਿੱਚ ਉਹਨਾਂ ਪਾਸੋਂ ਖੰਡੇ ਦੀ ਪਹੁਲ ਲਈ। ਪਿਤਾ ਜੀ ਚੜ੍ਹਾਈ ਕਰ ਚੁੱਕੇ ਸਨ, ਘਰ ਦੇ ਵਿੱਚ ਕੇਵਲ ਮਾਂ ਤੇ ਇੱਕ ਭੈਣ ਬੀਬੀ ਤਾਰੋ। ਹੁਣ 3 ਜਾਣੇ ਆਪਣੇ ਘਰ ਦੇ ਵਿੱਚ ਰਹਿ ਕਰਕੇ ਨਾਲੇ ਸਿੱਖੀ ਕਮਾਉਂਦੇ ਨੇ, ਨਾਲੇ ਸੇਵਾ ਕਰਦੇ ਨੇ ਗੁਰਸਿੱਖਾਂ ਦੀ, ਤੇ ਗੁਰੂ ਦਾ ਸ਼ੁਕਰਾਨਾ ਕਰਦੇ ਨੇ, ਸ਼ਿਕਵਾ ਨਹੀਂ ਕਰਦੇ। ਪਰ ਦੇਖੋ ਸ਼ੁਕਰਾਨਾ ਸੁੱਖਾਂ ਵਿੱਚ ਕੋਈ ਕਰੇ ਤੇ ਨਜ਼ਰ ਆਉਂਦਾ ਹੈ, ਪਰ ਜਿਸ ਸਮੇਂ ਭਾਈ ਤਾਰੂ ਸਿੰਘ, ਉਹਨਾਂ ਦੀ ਮਾਤਾ, ਉਹਨਾਂ ਦੀ ਭੈਣ ਸ਼ੁਕਰਾਨਾ ਕਰ ਰਹੀ ਹੈ, ਉਸ ਸਮੇਂ ਸਿੰਘਾਂ ਦੇ ਹਾਲਾਤ ਕੀ ਨੇ? ਉਸ ਸਮੇਂ ਸਿੱਖ ਕਿਸ ਤਰ੍ਹਾਂ ਸਿੱਖੀ ਨਿਭਾ ਰਹੇ ਨੇ? ਉਹਨਾਂ ਹਾਲਾਤਾਂ ਨੂੰ ਜੇਕਰ ਵੇਖੀਏ ਤੇ ਰੂਹ ਵੀ ਕੰਬ ਜਾਂਦੀ ਹੈ ਕਿ ਸੱਚਮੁੱਚ ਜਿਸ ਤਰ੍ਹਾਂ ਸਾਡੇ ਵੱਡੇ ਵਡੇਰੇ ਸਿੱਖੀ ਸਿਦਕ ਨਿਭਾ ਗਏ, ਆਮ ਬੰਦਾ ਇਸ ਤਰ੍ਹਾਂ ਸਿਦਕ ਨਹੀਂ ਨਿਭਾ ਸਕਦਾ। ਖਾਲਸਾ ਜੀ ਉਸ ਸਮੇਂ ਸਿੰਘਾਂ ਦਾ ਪੱਤਾ ਪੱਤਾ ਬੈਰੀ ਹੈ, ਸਿੰਘਾਂ ਦੇ ਸੌਣ ਤੇ ਪਾਬੰਦੀ ਹੈ, ਸਿੰਘਾਂ ਦੇ ਖਾਣ ਤੇ ਪਾਬੰਦੀ ਹੈ, ਸਿੰਘਾਂ ਦੇ ਰਹਿਣ ਤੇ ਪਾਬੰਦੀ ਹੈ, ਸਿੱਖਾਂ ਦੇ ਵਸਤਰ ਪਾਉਣ ਤੇ ਵੀ ਪਾਬੰਦੀਆਂ ਲਾਈਆਂ ਹੋਈਆਂ। ਭਾਵ ਕਿਤੇ ਵੀ ਸਿੰਘ ਨਜ਼ਰ ਆਉਂਦਾ ਹੈ ਤੇ ਆਦੇਸ਼ ਜਾਰੀ ਕੀਤੇ ਹੋਏ ਨੇ ਵੀ ਸਿਰ ਵੱਢ ਕੇ ਹਕੂਮਤ ਦੇ ਸਾਹਮਣੇ ਪੇਸ਼ ਕਰ ਦਿੱਤਾ ਜਾਵੇ।
ਜੇ ਕੋਈ ਸਿੱਖ ਦਾ ਸਿਰ ਵੱਢ ਕੇ ਲਿਆਉਂਦਾ 50 ਰੁਪਏ ਇਨਾਮ। ਜੇ ਕੋਈ ਸਿੱਖ ਦੀ ਮੁਖਬਰੀ ਕਰਦਾ, ਸਿੱਖ ਦੀ ਖਬਰ ਸਰਕਾਰ ਨੂੰ ਦਿੰਦਾ 25 ਰੁਪਏ ਇਨਾਮ। ਜੇ ਕੋਈ ਸਿੱਖ ਦਾ ਧਨ ਲੁੱਟਦਾ, ਕੋਈ ਸਿੱਖ ਦੇ ਘਰ ਦੀ ਇੱਜ਼ਤ ਲੁੱਟਦਾ ਤੇ ਉਹਦੇ ਤੇ ਸਰਕਾਰ ਵੱਲੋਂ ਮੁਕੱਦਮਾ ਕੋਈ ਨਹੀਂ ਚੱਲਦਾ। ਇਹ ਐਲਾਨ ਹਕੂਮਤ ਨੇ ਕੀਤੇ ਹੋਏ ਸਨ, ਪਰ ਉਹਨਾਂ ਸਮਿਆਂ ਵਿੱਚ ਵੀ ਸਾਡੇ ਮਰਜੀਵੜੇ ਸਿੱਖਾਂ ਨੇ ਸਿੱਖੀ ਤੋਂ ਬੇਮੁਖ ਹੋ ਕੇ ਨਹੀਂ ਵਿਖਾਇਆ। ਕਹਿੰਦੇ ਸਮਾਂ ਆਇਆ ਜਿਹੜਾ ਖਾਨ ਬਹਾਦਰ, ਜਿਹਨੂੰ ਜ਼ਕਰੀਆ ਖਾਨ ਕਿਹਾ ਜਾਂਦਾ ਹੈ, ਆਪਣੇ ਦਰਬਾਰ ਦੇ ਵਿੱਚ ਵਜ਼ੀਰਾਂ ਨੂੰ ਪੁੱਛਦਾ ਹੈ, ਨਵਾਬ ਮੁਲਖਈਨ ਕੋ ਪੁੱਛੈ ਸਿੰਘ ਕਿਮ ਰਿਜ਼ਕ ਖਾਹੇ, ਨਹਿ ਉਗਰਾਹੀ ਨਹਿ ਹਲਵਾਹੀ ਨਹਿ ਆਮਦਨੀ ਚਾਕਰੀ ਫਿਰਾਹੇ। ਨਵਾਬ ਕਹਿੰਦਾ ਆਪਣੇ ਵਜ਼ੀਰਾਂ ਨੂੰ, ਕਹਿੰਦਾ ਸਿੰਘਾਂ ਦੇ ਅਗਰਾਈ ਕਰਨ ਤੇ ਪਾਬੰਦੀ ਲਾਈ ਹੈ, ਸਿੰਘਾਂ ਦੇ ਹੱਲ ਵਾਹੁਣ ਤੇ ਖੇਤੀ ਦੇ ਉੱਤੇ ਪਾਬੰਦੀ ਲਾਈ ਹੈ, ਕੰਮ ਵੀ ਨਹੀਂ ਕਰ ਸਕਦੇ, ਕੋਈ ਕਿਰਤ ਨਹੀਂ ਕਰ ਸਕਦੇ, ਸ਼ਹਿਰਾਂ ਵਿੱਚ ਇਹ ਨਹੀਂ ਰਹਿ ਸਕਦੇ, ਜਿਹੜਾ ਕਿਸੇ ਸਿੱਖ ਨੂੰ ਪਾਣੀ ਵੀ ਪਿਆਏਗਾ ਉਹਦੇ ਸਾਰੇ ਦਾ ਸਾਰਾ ਪਰਿਵਾਰ ਸਰਕਾਰ ਬਰਬਾਦ ਕਰ ਦੇਵੇਗੀ। ਇਹ ਮਰਦੇ ਕਿਉਂ ਨਹੀਂ? ਫਿਰ ਵੀ ਰੋਜ਼ ਕਿਤੇ ਨਾ ਕਿਤੇ ਕੋਈ ਨਾ ਕੋਈ ਸਿੱਖ ਨਜ਼ਰ ਆ ਹੀ ਜਾਂਦਾ, ਇਹ ਖਤਮ ਕਿਉਂ ਨਹੀਂ ਹੋ ਰਹੇ? ਕਹਿੰਦਾ ਜਿਮ ਪਿੰਡਨ ਸਿੰਘਣ ਭਇਓ, ਸੋਈ ਪਿੰਡ ਉਜਾੜ ਮੈਂ ਦਿਓ। ਜੇ ਕਿਸੇ ਪਿੰਡ ਵਿੱਚ ਵੀ ਸਿੱਖ ਨਜ਼ਰ ਆਉਂਦਾ ਹੈ, ਕਹਿੰਦਾ ਸਰਕਾਰ ਤੇ ਸਾਰਾ ਪਿੰਡ ਉਜਾੜ ਦਿੰਦੀ ਹੈ। ਇਹ ਸਿੱਖ ਫਿਰ ਵੀ ਕਿਵੇਂ ਜਿਉਂਦੇ ਨੇ? ਇਹ ਮਰਦੇ ਕਿਉਂ ਨਹੀਂ? ਰਿਜ਼ਕ ਬਿਨਾਂ ਤੇ ਕੋਈ ਜਿਉਂਦਾ ਨਹੀਂ ਰਹਿ ਸਕਦਾ, ਪਰ ਇਹ ਮਰਦੇ ਕਿਉਂ ਨਹੀਂ? ਕਹਿੰਦੇ ਇੱਕ ਦੁਸ਼ਟ ਕਹਿਣ ਲੱਗਾ, ਜੀ ਮੁਰਸ਼ਦ ਇਨਕਾ ਵਲੀ ਭਇਓ ਹੈ, ਇਨਕੋ ਆਬੇ ਹਯਾਤ ਦਿਓ ਹੈ। ਕਹਿੰਦਾ ਜਿਹੜਾ ਇਹਨਾਂ ਦਾ ਮੁਰਸ਼ਦ ਕਾਮਲ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਹੋਇਆ, ਉਹਨੇ ਇਹਨਾਂ ਨੂੰ ਇੱਕ ਆਬੇ ਹਯਾਤ ਦਿੱਤਾ ਹੈ। ਇਹ ਉਸ ਆਬੇ ਹਯਾਤ ਦੇ ਜਦੋਂ 5 ਚੂਲੇ ਛਕ ਲੈਂਦੇ ਨੇ, ਇਹ ਮਰ ਕੇ ਵੀ ਨਹੀਂ ਮਰਦੇ, ਮੌਤ ਦੀਆਂ ਅੱਖਾਂ ਚੱਖਾਂ ਪਾ ਕੇ ਵੀ ਮੌਤ ਨੂੰ ਡਰਾ ਦਿੰਦੇ ਨੇ। ਖਾਲਸਾ ਜੀ, ਇੱਥੇ ਇੱਕ ਹਰ ਭਗਤ ਨਿਰੰਜਨੀਆ ਸੀ। ਹਰ ਭਗਤ ਨਿਰੰਜਨੀਆ ਸਿੱਖਾਂ ਦੇ ਨਾਲ ਬਹੁਤ ਖਾਰ ਖਾਂਦਾ ਸੀ। ਕਹਿੰਦੇ ਜਦੋਂ ਨਵਾਬ ਇਹ ਗੱਲ ਕਰ ਰਿਹਾ ਵਜ਼ੀਰਾਂ ਦੇ ਨਾਲ, ਬੜੀ ਜ਼ੋਰ ਦੇ ਨਾਲ ਬੋਲ ਉੱਠਿਆ, ਇੱਕ ਦੁਸ਼ਟ ਤਬ ਐਸੇ ਕਹਿਓ, ਸਿੰਘਨ ਨਹਿ ਭੂਖੇ ਮਰਾਹੇ, ਸਿੰਘਨ ਭਇਓ ਐਸ ਜਗ ਮਾਹੇ, ਉਨ ਦੇ ਕੇ ਪਿੱਛੇ ਖਾਹੇ। ਹਰ ਭਗਤ ਨਿਰੰਜਨੀਆ ਕਹਿਣ ਲੱਗਾ, ਨਵਾਬ ਸਾਹਿਬ ਇਹ ਭੁੱਖੇ ਨਹੀਂ ਮਰਦੇ, ਐਸੇ ਐਸੇ ਸਿੱਖ ਨੇ ਹਜੇ ਵੀ ਇਸ ਭਾਰਤ ਦੀ ਧਰਤੀ ਤੇ, ਪੰਜਾਬ ਦੀ ਧਰਤੀ ਤੇ, ਜਿਹੜੇ ਸਿੰਘ ਜੰਗਲਾਂ ਵਿੱਚ ਰਹਿੰਦੇ ਨੇ ਨਾ, ਉਹ ਸਿੱਖ ਘਰਾਂ ਤੋਂ ਪ੍ਰਸ਼ਾਦਾ ਬਣਾ ਕੇ ਜੰਗਲਾਂ ਵਿੱਚ ਜਾ ਕੇ ਪਹਿਲਾਂ ਉਹਨਾਂ ਸਿੰਘਾਂ ਨੂੰ ਲੰਗਰ ਛਕਾਉਂਦੇ ਨੇ, ਫਿਰ ਆਪ ਛਕਦੇ ਨੇ। ਉਦੋਂ ਤੱਕ ਲੰਗਰ ਆਪ ਨਹੀਂ ਖਾਂਦੇ ਜਦੋਂ ਤੱਕ ਸਿੱਖਾਂ ਨੂੰ ਨਾ ਛਕਾ ਦੇਣ। ਤੇ ਨਵਾਬ ਜ਼ਕਰੀਆ ਖਾਨ ਪੁੱਛਦਾ ਹੈ ਵੀ ਐਸੇ ਕਿਹੜੇ ਸਿੱਖ ਨੇ ਜਿਨ੍ਹਾਂ ਨੂੰ ਹਕੂਮਤ ਦਾ ਡਰ ਹੀ ਕੋਈ ਨਹੀਂ? ਕਹਿੰਦਾ ਹਰ ਭਗਤ ਨਿਰੰਜਨੀਏ ਫਿਰਿਓ ਕਹੀ, ਪੂਲੋ ਪਿੰਡ ਇੱਕ ਮਾਝੇ ਅਹੀ, ਤਾਰੂ ਸਿੰਘ ਤਹਾਂ ਖੇਤੀ ਕਰੈ। ਕਹਿੰਦਾ ਇੱਕ ਪੂਲਾ ਪਿੰਡ ਹੈ ਮਾਝੇ ਦੇ ਵਿੱਚ, ਉੱਥੇ ਰਹਿੰਦਾ ਇੱਕ ਤਾਰੂ ਸਿੰਘ ਨਿਹੰਗ। ਕਹਿੰਦਾ ਉਹ ਖੇਤੀ ਕਰਦਾ, ਜ਼ਿਮੀਂਦਾਰ ਉਹਦਾ ਪੇਸ਼ਾ ਹੈ। ਘਰ ਦੇ ਵਿੱਚ ਵਿਧਵਾ ਭੈਣ ਵਿਧਵਾ ਮਾਂ ਹੈ, ਪਰ ਉਹ ਉਦੋਂ ਤੱਕ ਖੁਦ ਪ੍ਰਸ਼ਾਦਾ ਨਹੀਂ ਛਕਦਾ ਜਦੋਂ ਤੱਕ ਸਿੰਘਾਂ ਨੂੰ ਜਾ ਕੇ ਖਵਾ ਨਾ ਦੇਵੇ। ਤੇ ਜ਼ਕਰੀਆ ਖਾਨ ਕਹਿੰਦਾ ਉਹਨੂੰ ਜਾ ਕੇ ਸਮਝਾਓ ਹਕੂਮਤ ਨਾਲ ਮੱਥਾ ਨਾ ਲਵੇ, ਹਕੂਮਤ ਦੇ ਨਾਲ ਮੱਥਾ ਲਾਉਣ ਵਾਲੇ ਦਾ ਪਰਿਵਾਰ ਬਰਬਾਦ ਕਰ ਦੇਗੀ ਹਕੂਮਤ। ਕੀ ਉਹਨੂੰ ਮੌਤ ਦਾ ਡਰ ਨਹੀਂ? ਤੇ ਭਾਈ ਰਤਨ ਸਿੰਘ ਭੰਗੂ ਨੇ ਹਰ ਭਗਤ ਨਿਰੰਜਨੀਏ ਦੇ ਬੋਲ ਦਰਜ ਕੀਤੇ, ਬੜੇ ਧਿਆਨ ਨਾਲ ਸੁਣਿਓ। ਜੀਵਨ ਵਿੱਚ ਕਮਾਉਣ ਵਾਲੇ ਨੇ ਕਰਦਾ ਤੇ ਸਿੱਖਾਂ ਦੀ ਉੱਥੇ ਚੁਗਲੀ ਪਿਆ, ਪਰ ਸਿੱਖਾਂ ਦੀ ਸਿਫਤ ਹੋ ਰਹੀ ਹੈ। ਜ਼ਕਰੀਆ ਖਾਨ ਕਹਿੰਦਾ ਉਹਨੂੰ ਹਕੂਮਤ ਦਾ ਡਰ ਨਹੀਂ, ਉਹਦਾ ਪਰਿਵਾਰ ਬਰਬਾਦ ਕਰ ਦਿਆਂਗਾ। ਕਹਿੰਦਾ ਉਹਨਾਂ ਨੂੰ ਡਰ ਨਹੀਂ। ਕਹਿੰਦਾ ਡਰ ਕਿਉਂ ਨਹੀਂ? ਕਹਿੰਦਾ ਸ਼ਬਦ ਚੌਂਕੀ ਗੁਰ ਆਪਣੇ ਕੀ ਕਰੈ, ਸੋ ਮਰਨੇ ਤੇ ਕਿਮ ਨੈਕ ਨਾ ਡਰੈ। ਕਹਿੰਦਾ ਅੰਮ੍ਰਿਤ ਵੇਲੇ ਉੱਠ ਕੇ ਉਹ ਆਪਣੇ ਬਾਬੇ ਦੀ ਸ਼ਬਦ ਚੌਂਕੀ ਕਰਦੇ ਆ। ਅੰਮ੍ਰਿਤ ਵੇਲੇ ਉੱਠ ਕੇ ਗੁਰੂ ਨਾਨਕ ਦਾ ਜਪਜੀ ਸਾਹਿਬ ਪੜ੍ਹਦੇ ਆ। ਜਿਹੜਾ ਜਪਜੀ ਸਾਹਿਬ ਕਰਦਾ ਮੁਰਦਿਆਂ 'ਚ ਜਾਨ ਪਾ ਦਿੰਦਾ, ਜਪਜੀ ਪੜ੍ਹਨ ਵਾਲਾ ਮੌਤ ਤੋਂ ਨਹੀਂ ਡਰਦਾ। ਇਹ ਬਚਨ ਕੀਤਾ। ਹਰ ਭਗਤ ਨਿਰੰਜਨੀਏ ਦੀ ਇਹ ਚੁਗਲੀਆਂ
ਕਹਿੰਦਾ ਇਹ ਤਾਰੂ ਸਿੰਘ ਹੈ ਕੌਣ? ਤੇ ਹਰ ਭਗਤ ਨਿਰੰਜਨੀਆ ਕਹਿੰਦਾ ਤਾਰੂ ਸਿੰਘ, ਕਹਿੰਦਾ ਉਹ ਗੁਰੂ ਨਾਨਕ ਦਾ ਸਿੱਖ ਹੈ, ਤੇ ਕਹਿੰਦਾ ਉਹਦਾ ਇੱਕ ਸੁਭਾਅ ਹੈ। ਜ਼ਕਰੀਆ ਖਾਨ ਕਹਿੰਦਾ ਕੀ ਸੁਭਾਅ ਹੈ? ਕਹਿੰਦਾ ਤਾਰੂ ਸਿੰਘ ਦਾ ਸੁਭਾਅ ਹੈ ਆਪ ਸਹੇਵੇ ਨੰਗ ਅਰ ਭੁੱਖ, ਦੇਖ ਸਕੈ ਨਾ ਸਿੰਘਣ ਦੁੱਖ। ਕਹਿੰਦਾ ਭਾਈ ਤਾਰੂ ਸਿੰਘ ਆਪ ਭੁੱਖ ਵੀ ਸਹਿ ਲੈਂਦਾ, ਪਰ ਜੇ ਕਿਸੇ ਸਿੱਖ ਦੇ ਉੱਤੇ ਦੁੱਖ ਆ ਜਾਵੇ ਤੇ ਤਾਰੂ ਸਿੰਘ ਨੂੰ ਨੀਂਦ ਨਹੀਂ ਆਉਂਦੀ, ਪਹਿਲਾਂ ਜਾ ਕੇ ਸਿੱਖ ਦਾ ਦੁੱਖ ਦੂਰ ਕਰਦਾ। ਇਹ ਸਿੱਖਾਂ ਦਾ ਇਤਫਾਕ ਸੀ, ਸਿੱਖਾਂ ਦਾ ਪਿਆਰ ਸੀ। ਸਿੱਖ ਸਿੱਖ ਪਰਿਵਾਰਤ ਜਾਨ, ਇਨ ਪੇ ਹੈ ਇਤਫਾਕ ਮਹਾਨ। ਸਿੱਖ ਦੂਸਰੇ ਸਿੱਖ ਦੇ ਉੱਤੋਂ ਆਪਣੀ ਜਾਨ ਕੁਰਬਾਨ ਕਰ ਦਿੰਦਾ ਸੀ। ਮਾਫ ਕਰਨਾ, ਅੱਜ ਸਿੱਖ ਸਿੱਖ ਦੀ ਜਾਨ ਲੈਣ ਤੇ ਉਤਰਿਆ ਹੋਇਆ। ਆਪਣੇ ਪੂਰਵਜਾਂ ਤੋਂ ਸਿੱਖਿਆ ਲਈਏ, ਆਪ ਦੇ ਮਤਲਬਾਂ ਕਰਕੇ, ਆਪ ਦੀ ਝੂਠੀ ਸ਼ਾਨੋ ਸ਼ੌਕਤ ਕਰਕੇ ਪੰਥ ਦੇ ਨਾਲ, ਗੁਰਸਿੱਖਾਂ ਦੇ ਨਾਲ ਗਦਾਰੀ ਨਾ ਕਮਾਈਏ। ਜੋ ਸਾਡੇ ਪੂਰਵਜਾਂ ਨੇ ਸਾਨੂੰ ਗੁੜਤੀ ਦਿੱਤੀ ਹੈ ਕਿ ਆਪ ਸਹੇਵੇਂ ਨਾਂਗਰ ਭੁੱਖ, ਦੇਖ ਸਕੈ ਨਾ ਸਿੰਘਣ ਦੁੱਖ। ਤੇ ਦੂਸਰਾ ਸੁਭਾਵ ਭਾਈ ਤਾਰੂ ਸਿੰਘ ਦਾ ਦੱਸਿਆ, ਭਾਈ ਰਤਨ ਸਿੰਘ ਭੰਗੂ ਕਹਿੰਦੇ ਨੇ ਆਪ ਗੁਜ਼ਾਰੇ ਅਗਨੀ ਨਾਲ, ਸਿੰਘਣ ਘੱਲੈ ਪੁਸ਼ਾਕ ਸਵਾਲ। ਕਹਿੰਦਾ ਜਦੋਂ ਸਰਦੀਆਂ ਦੇ ਦਿਨ ਹੁੰਦੇ ਨੇ, ਸਿਆਲ ਹੁੰਦੇ ਨੇ, ਤੇ ਸਿਆਲਾਂ ਦੇ ਵਿੱਚ ਅਕਸਰ ਲੋਕ ਮੋਟੇ ਕੱਪੜੇ ਪਾਇਆ ਕਰਦੇ ਆ, ਠੰਡ ਨਾ ਲੱਗ ਜਾਵੇ। ਕਹਿੰਦਾ ਭਾਈ ਤਾਰੂ ਸਿੰਘ ਐਸਾ ਸਿਦਕ ਵਾਲਾ ਸਿੱਖ ਹੈ, ਆਪਣੇ ਘਰ ਦੇ ਵਿੱਚ ਆਪਣੀ ਮਾਂ ਆਪਣੀ ਭੈਣ ਦੇ ਨਾਲ ਅੱਗ ਬਾਲ ਕਰਕੇ, ਅੱਗ ਸੇਕ ਕਰਕੇ ਗੁਜ਼ਾਰਾ ਕਰ ਲੈਂਦਾ ਹੈ। ਆਪਣੇ ਤਨ ਤੇ ਕੱਪੜੇ ਨਹੀਂ ਪਾਉਂਦਾ, ਪਰ ਵਧੀਆ ਤੋਂ ਵਧੀਆ ਪੋਸ਼ਾਕ ਸਵਾ ਕਰਕੇ ਜੰਗਲ ਵਿੱਚ ਸਿੰਘਾਂ ਨੂੰ ਦੇ ਕੇ ਆਉਂਦਾ ਹੈ। ਇਹ ਭਾਈ ਤਾਰੂ ਸਿੰਘ ਦਾ ਸੁਭਾਅ ਹੈ। ਜ਼ਕਰੀਆ ਖਾਨ ਕਹਿੰਦਾ ਇਹਨੂੰ ਮੇਰੇ ਸਾਹਮਣੇ ਕਚਹਿਰੀ ਦੇ ਵਿੱਚ ਪੇਸ਼ ਕੀਤਾ ਜਾਵੇ। ਇੱਥੇ ਹਰ ਭਗਤ ਨਿਰੰਜਨੀਏ ਨੇ ਦੋ ਸਿੱਖਾਂ ਦੀ ਚੁਗਲੀ ਲਾਈ ਸੀ। ਪਹਿਲੀ ਭਾਈ ਤਾਰੂ ਸਿੰਘ ਦੀ, ਦੂਸਰੀ ਬਾਬਾ ਮਹਿਤਾਬ ਸਿੰਘ ਦੀ, ਜਿਨ੍ਹਾਂ ਮੱਸੇ ਰੰਗੜ ਦਾ ਸਿਰ ਵੱਢਿਆ ਸੀ। ਦੋਵਾਂ ਦੀ ਚੁਗਲੀ ਲੱਗੀ, ਦੋਵਾਂ ਨੂੰ ਗ੍ਰਿਫਤਾਰੀ ਦੇ ਆਦੇਸ਼ ਜਾਰੀ ਹੋਏ ਤੇ ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕਰਨ ਵਾਸਤੇ ਉਹਨਾਂ ਦੇ ਪਿੰਡ ਪੂਲੇ ਕਹਿੰਦੇ 20-25 ਫੌਜ ਦੇ ਸਿਪਾਹੀ ਪਹੁੰਚੇ ਉਹਨਾਂ ਦੇ ਪਿੰਡ, ਉਹਨਾਂ ਦੇ ਘਰ ਦਾ ਬੂਹਾ ਖੜਕਾਇਆ। ਭਾਈ ਤਾਰੂ ਸਿੰਘ ਜੀ ਆਪਣੀ ਭੈਣ ਦੇ ਨਾਲ ਸਿੰਘਾਂ ਨੂੰ ਪ੍ਰਸ਼ਾਦਾ ਪਹੁੰਚਾਉਣ ਵਾਸਤੇ ਗਏ ਹੋਏ ਸਨ। ਕਹਿੰਦੇ ਇੱਧਰ ਮਾਤਾ ਜੀ ਰਾਤ ਦਾ ਪ੍ਰਸ਼ਾਦਾ ਤਿਆਰ ਕਰ ਰਹੇ ਸਨ, ਦੇਗ ਧਰੀ ਹੋਈ ਸੀ। ਵੇਖੋ ਸਿੱਖਾਂ ਦੀ ਮਾਵਾਂ ਦੇ ਸਿਦਕ ਕੈਸੇ ਆ। ਸਿਪਾਹੀਆਂ ਨੇ ਜਾ ਕੇ ਬੂਹਾ ਖੜਕਾਇਆ, ਕਹਿੰਦੇ ਤਾਰੂ ਸਿੰਘ ਕਿੱਧਰ ਹੈ? ਭਾਈ ਤਾਰੂ ਸਿੰਘ ਦੀ ਮਾਂ ਨੇ ਵੇਖਿਆ ਸਿਪਾਹੀ ਨੇ, ਹਕੂਮਤ ਦੇ ਸਿਪਾਹੀ ਨੇ, ਜੇ ਸਿਪਾਹੀ ਬੂਹੇ ਤੇ ਆਏ ਨੇ ਤੇ ਜ਼ਰੂਰ ਮੇਰੇ ਪੁੱਤਰ ਨੂੰ ਗ੍ਰਿਫਤਾਰ ਕਰਨ ਆਏ ਨੇ। ਤੇ ਮਾਂ ਘਬਰਾਈ ਨਹੀਂ। ਮਾਂ ਨੇ ਪਹਿਲੇ ਬੋਲ ਕਹੇ ਤਾਰੂ ਸਿੰਘ ਵੀ ਮਿਲ ਜਾਵੇਗਾ, ਪਹਿਲਾਂ ਆਓ, ਗੁਰੂ ਨਾਨਕ ਦੇ ਘਰ ਦੀ ਦੇਗ ਤਿਆਰ ਹੈ, ਆਓ ਪਹਿਲਾਂ ਬੈਠ ਕਰਕੇ ਲੰਗਰ ਛਕ ਲਓ। ਜਦੋਂ ਮਾਂ ਨੇ ਬਚਨ ਕਹੇ ਸਿਪਾਹੀ ਇੱਕ ਵਾਰ ਹੈਰਾਨ ਜਿਹੇ ਹੋਏ, ਕਹਿਣ ਲੱਗੇ ਮਾਈ ਤੈਨੂੰ ਨਹੀਂ ਪਤਾ, ਅਸੀਂ ਤੇਰੇ ਘਰ ਪ੍ਰਸ਼ਾਦਾ ਛਕਣ ਨਹੀਂ ਆਏ, ਤੇਰੇ ਪੁੱਤਰ ਨੂੰ ਸਰਕਾਰ ਦੇ ਸਾਹਮਣੇ ਪੇਸ਼ ਕਰਨ ਲਈ ਆਏ ਆ, ਤੇਰੇ ਪੁੱਤਰ ਨੂੰ ਬੰਦੀ ਬਣਾਉਣ ਲਈ ਆਏ ਆ। ਕਹਿਣ ਲੱਗੀ ਜੋ ਮੇਰੇ ਪੁੱਤਰ ਦੇ ਕਰਮਾਂ ਵਿੱਚ ਲਿਖਿਆ ਹੋਏ ਤੇ ਮੇਰਾ ਪੁੱਤਰ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਏਗਾ, ਜਿਸ ਤਰ੍ਹਾਂ ਗੁਰੂ ਨੇ ਲਿਖੀ ਹੈ ਉਸ ਤਰ੍ਹਾਂ ਹੋ ਜਾਵੇਗਾ। ਪਰ ਗੁਰੂ ਨਾਨਕ ਦੇ ਘਰ ਦੇ ਸਿੱਖਾਂ ਦਾ ਵੀ ਨਿਯਮ ਹੈ, ਘਰ ਦੇ ਵਿੱਚ ਭਾਵੇਂ ਦੁਸ਼ਮਣ ਵੀ ਚੱਲ ਕੇ ਆਵੇ, ਕਦੇ ਦੁਸ਼ਮਣ ਨੂੰ ਭੁੱਖੇ ਢਿੱਡ ਨਹੀਂ ਵਾਪਸ ਭੇਜਣਾ। ਇਹ ਕਾਰਨ ਹੈ ਜੋ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਸ਼੍ਰੀ ਦਸਮ ਗ੍ਰੰਥ ਸਾਹਿਬ ਦੇ ਵਿੱਚ ਬਚਨ ਕੀਤੇ ਕਿ ਦੇਗ ਤੇਗ ਜਗਮੈ ਦਊ ਚਲੈ, ਰਾਖ ਆਪ ਮੋਹਿ ਔਰ ਨਾ ਦਲੈ। ਸੰਸਾਰ ਵਿੱਚ ਸਿੱਖਾਂ ਦੀ ਜਾਂ ਦੇਗ ਚੱਲਦੀ ਹੈ ਜਾਂ ਸਿੱਖਾਂ ਦੀ ਤੇਗ ਚੱਲਦੀ ਹੈ। ਨਾ ਸਿੱਖਾਂ ਦੀ ਦੇਗ ਦੀ ਕੋਈ ਬਰਾਬਰੀ ਕਰ ਸਕਦਾ ਤੇ ਨਾ ਸਿੱਖਾਂ ਦੀ ਕੋਈ ਤੇਗ ਦੀ ਬਰਾਬਰੀ ਕਰ ਸਕਦਾ। ਰਹੋ ਵਿਚਾਰ। ਭਾਈ ਤਾਰੂ ਸਿੰਘ ਜੀ ਨੇ ਨੂੰ ਵਾਪਸ ਆ ਗਏ। ਸਿਪਾਹੀਆਂ ਨੇ ਭਾਈ ਤਾਰੂ ਸਿੰਘ ਜੀ ਨੂੰ ਬੰਦੀ ਬਣਾਇਆ। ਪਿੰਡ ਦੇ ਲੋਕ ਇਕੱਠੇ ਹੋ ਗਏ, ਵਿੱਚ ਸਨਾਤਨ ਪਰਿਵਾਰ ਦੇ ਵੀਰ, ਵਿੱਚ ਇਸਲਾਮ ਮਤ ਦੇ ਵੀਰ, ਸਾਰੇ ਪਰਿਵਾਰ ਇਕੱਠੇ ਹੋ ਗਏ। ਸਾਰੇ ਪਿੰਡ ਦੇ ਨਾਲ ਹੀ ਬੜਾ ਪਿਆਰ ਸੀ ਤੇ ਸਾਰੇ
ਪਿੰਡ ਦੇ ਲੋਕ ਕਹਿਣ ਲੱਗੇ ਵੀ 20-25 ਸਿਪਾਹੀ ਨੇ ਤਾਰੂ ਸਿਆਂ, ਜੇ ਹੁਕਮ ਕਰੇ ਇਸ਼ਾਰਾ ਕਰੇ ਇਹਨਾਂ ਨੂੰ ਇੱਥੇ ਹੀ ਸਮੇਟ ਦਿਆਂਗੇ, ਤੈਨੂੰ ਗ੍ਰਿਫਤਾਰੀ ਦੇਣ ਦੀ ਲੋੜ ਕੋਈ ਨਹੀਂ। ਤੇ ਭਾਈ ਤਾਰੂ ਸਿੰਘ ਜੀ ਕਹਿਣ ਲੱਗੇ, ਕਹਿੰਦੇ ਤੁਹਾਡੇ ਬਚਨ ਤਾਂ ਤੁਹਾਨੂੰ ਮੁਬਾਰਕ, ਪਰ ਮੈਨੂੰ ਇੱਕ ਗੱਲ ਦਾ ਜਵਾਬ ਦਿਓ। ਪੰਥ ਵਧਾਵਣ ਖਾਤਰ ਤਾਈ ਐਮ ਆਪਣੀ ਗੁਰਕੁਲੀ ਗਵਾਈ, ਇਸ ਪੰਥ ਦੀਆਂ ਜੜ੍ਹਾਂ ਹਰੀਆਂ ਰਹਿਣ, ਇਸ ਪੰਥ ਦੀ ਜੜ੍ਹਾਂ ਵੱਧਦੀਆਂ ਰਹਿਣ। ਇਸ ਪੰਥ ਨੂੰ ਵਧਾਉਣ ਵਾਸਤੇ ਗੁਰੂ ਗੋਬਿੰਦ ਸਿੰਘ ਨੇ ਆਪਣਾ ਸਰਬੰਸ ਵਾਰ ਦਿੱਤਾ ਤੇ ਸਾਡੇ ਗੁਰੂ ਨੇ ਇਸ ਪੰਥ ਦੇ ਵਾਧੇ ਵਾਸਤੇ ਸਰਬੰਸ ਵਾਰਿਆ। ਉਸਕੇ ਹਮ ਪੰਥੀ ਸਦਾਏ, ਮੈਂ ਉਸ ਕਲਗੀਆਂ ਵਾਲੇ ਦਾ ਸਿੱਖ ਖਵਾਉਣਾ ਤੇ ਕਲਗੀਆਂ ਵਾਲੇ ਦਾ ਸਿੱਖ ਖਵਾ ਕਰਕੇ ਮਰਨ ਤੇ ਹਮ ਕਿਮ ਟਰਾਏ, ਕਲਗੀਆਂ ਵਾਲੇ ਦਾ ਸਿੱਖ ਖਵਾ ਕੇ ਮੈਂ ਗੁਰੂ ਤੋਂ ਬੇਮੁਖ ਹੋ ਕੇ ਕਿਵੇਂ ਭੱਜ ਜਾਵਾਂ। ਜੇ ਅੱਜ ਮੇਰੇ ਸਾਹਮਣੇ ਪਰਚਾ ਪਿਆ ਹੈ, ਜਿਸ ਤਰ੍ਹਾਂ ਮੇਰੇ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਨੇ ਚਮਕੌਰ ਦੀ ਗੜੀ ਵਿੱਚ ਛਾਤੀ ਵਿੱਚ ਤੀਰ ਖਾਦੇ ਸੀ, ਅੱਜ ਗੁਰੂ ਦੇ ਥਾਪੜੇ ਇਹ ਤਾਰੂ ਸਿੰਘ ਵੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾ ਕੇ ਵਿਖਾਏਗਾ। ਲਾਹੌਰ ਲੈ ਆਂਦਾ, ਲਾਹੌਰ ਲਿਆ ਕਰਕੇ ਬੰਦੀਖਾਨੇ ਦੇ ਵਿੱਚ ਰੱਖਿਆ। ਭਾਈ ਤਾਰੂ ਸਿੰਘ ਜੀ ਨੂੰ ਤੁਰਕਾਂ ਨੇ ਬਹੁਤ ਤਸੀਹੇ ਦਿੱਤੇ, ਜਿਮ ਜਿਮ ਤੁਰਕਨ ਸਿੰਘ ਸਤਾਵੇਂ। ਕਹਿੰਦੇ ਜਿਸ ਤਰ੍ਹਾਂ ਤੁਰਕ ਫੌਜ ਦੇ ਸਿਪਾਹੀ ਆ ਕੇ ਭਾਈ ਤਾਰੂ ਸਿੰਘ ਨੂੰ ਤਸੀਹੇ ਦਿੰਦੇ ਆ, ਕਹਿੰਦੇ ਭਾਈ ਤਾਰੂ ਸਿੰਘ ਦੇ ਚਿਹਰੇ ਤੇ ਰੱਤੀ ਮਾਤਰ ਸ਼ਿਕਵਾ ਨਹੀਂ, ਤਿਮ ਤਿਮ ਮੁਖ ਸਿੰਘ ਲਾਲੀ ਆਵੇਂ। ਕਹਿੰਦੇ ਜਿਵੇਂ ਜਿਵੇਂ ਭਾਈ ਤਾਰੂ ਸਿੰਘ ਨੂੰ ਆ ਕੇ ਤਸੀਹੇ ਦਿੰਦੇ ਆ ਤੇ ਭਾਈ ਤਾਰੂ ਸਿੰਘ ਦੇ ਚਿਹਰੇ ਦੇ ਉੱਤੇ ਤਿਉਂ ਤਿਉਂ ਲਾਲੀ ਵਧੀ ਜਾਂਦੀ ਆ। ਹੁਣ ਸਮਾਂ ਆਇਆ, ਤਾਰੂ ਸਿੰਘ ਕੋ ਨਵਾਬ ਬੁਲਾਇਆ, ਉਨ ਅਹਲਾਦੀਨ ਆਨ ਮਿਲਾਇਆ। ਕਹਿੰਦੇ ਭਾਈ ਤਾਰੂ ਸਿੰਘ ਨੂੰ ਜ਼ਕਰੀਆ ਖਾਨ ਦੇ ਸਾਹਮਣੇ ਲਿਆਂਦਾ ਤੇ ਭਾਈ ਤਾਰੂ ਸਿੰਘ ਜੀ ਨੇ ਵਾਹਿਗੁਰੂ ਕੀ ਫਤਿਹ ਬੁਲਾਈ। ਅਕਾਲ ਅਕਾਲ ਕਹਿ ਊਚ ਸੁਨਾਈ, ਸੁਨ ਨਵਾਬ ਤਬ ਸਖਤ ਭਇਓ, ਜਿਮ ਉਂਗਲੀ ਕਾਟ ਜਨ ਲੂਣ ਲਗਿਓ। ਕਹਿੰਦੇ ਜਦੋਂ ਭਾਈ ਤਾਰੂ ਸਿੰਘ ਨੇ ਜ਼ਕਰੀਆ ਖਾਨ ਦੇ ਸਾਹਮਣੇ ਅੱਖਾਂ ਵਿੱਚ ਅੱਖਾਂ ਪਾ ਕਰਕੇ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਤੇ ਗੱਜ ਕੇ ਗੁਰਵਰ ਅਕਾਲ ਦਾ ਜਕਾਰਾ ਲਾਇਆ। ਕਹਿੰਦੇ ਨਵਾਬ ਆਪਣੇ ਤਖਤ ਤੋਂ ਖੜਾ ਹੋ ਕੇ ਤੜਪ ਉੱਠਿਆ। ਇਸ ਤਰ੍ਹਾਂ ਤੜਪਿਆ ਜਿਵੇਂ ਜ਼ਕਰੀਆ ਖਾਨ ਦੀ ਉਂਗਲ ਵੱਢ ਕੇ ਕਿਸੇ ਨੇ ਲੂਣ ਪਾ ਦਿੱਤਾ ਹੋਵੇ। ਬੜਾ ਤੜਫਿਆ। ਕਹਿੰਦਾ ਇਹਦੀ ਗੁਰੂ ਦੀ ਫਤਿਹ ਦੀ ਆਵਾਜ਼ ਬੰਦ ਕਰੋ, ਇਹਦੀ ਜ਼ਬਾਨ ਖਾਮੋਸ਼ ਕਰ ਦਿਓ। ਭਾਈ ਤਾਰੂ ਸਿੰਘ ਹੱਸਣ ਲੱਗ ਪਏ ਤੇ ਜ਼ਕਰੀਆ ਖਾਨ ਕਹਿੰਦਾ ਨਵਾਬ ਤਬ ਉਸ ਐਸ ਕਹਿਓ, ਜੋ ਜਿੰਦ ਚਾਹੇ ਤੋ ਆਵਹਿ ਦੀਨ। ਨਵਾਬ ਜ਼ਕਰੀਆ ਖਾਨ ਕਹਿਣ ਲੱਗਾ ਜੇ ਜ਼ਿੰਦਗੀ ਚਾਹੁੰਦਾ, ਜੇ ਜੀਵਨ ਚਾਹੁੰਦਾ, ਫਿਰ ਆ ਦੀਨੇ ਮਜ਼ਹਬ ਕਬੂਲ ਕਰ ਲੈ, ਛੱਡ ਦੇ ਗੁਰੂ ਕੀ ਸਿੱਖੀ ਦਾ ਰਸਤਾ। ਤੇ ਜੇ ਗੁਰੂ ਸਿੱਖੀ ਨੂੰ ਛੱਡ ਕੇ ਕੇਸ ਕਤਲ ਕਰਵਾ ਕੇ ਦੀਨੇ ਮਜ਼ਹਬ ਕਬੂਲ ਕਰੇਗਾ ਤੇ ਇੱਕ ਹੋਰ ਮੈਂ ਤੇਰੇ ਸਾਹਮਣੇ ਪੇਸ਼ ਰੱਖਦਾ, ਔਰ ਜੋ ਚਾਹੇ ਮੰਗ ਸੋ ਧਨ ਮੁਲਕ ਅਰ ਜ਼ਮੀਨ। ਕਹਿੰਦੇ ਜੇ ਦੀਨੇ ਮਜ਼ਹਬ ਵਿੱਚ ਆ ਜਾਵੇਂ, ਕੇਸ ਕਟਵਾ ਦਵੇਂ, ਸਿੱਖੀ ਛੱਡ ਦਵੇਂ, ਤਾਰੂ ਸਿਆਂ ਆ ਜ਼ਕਰੀਆ ਖਾਨ ਹਰ ਇੱਕ ਜਗੀਰ ਤੇਰੇ ਕਦਮਾਂ ਵਿੱਚ ਰੱਖ ਦਵੇਗਾ, ਸਰਕਾਰੀ ਖਜ਼ਾਨੇ ਦੀਆਂ ਮੋਹਰਾਂ ਤੇਰੇ ਕਦਮਾਂ ਵਿੱਚ ਰੱਖ ਦਵੇਗਾ, ਜਿੱਥੇ ਵੀ ਤੂੰ ਹੱਥ ਲਾਵੇਂਗਾ ਉਹ ਮੁਲਕ ਤੇਰੇ ਨਾਮ ਕਰ ਦਿਆਂਗਾ। ਬਸ ਇੱਕ ਵਾਰ ਸਿੱਖੀ ਦਾ ਰਸਤਾ ਛੱਡ ਕੇ ਤੂੰ ਸਰਕਾਰ ਦੇ ਹੁਕਮ ਦੀ ਪਾਲਣਾ ਕਰ ਲੈ। ਭਾਈ ਤਾਰੂ ਸਿੰਘ ਜੀ ਖਿੜਖੜਾ ਕੇ ਹੱਸੇ। ਜ਼ਕਰੀਆ ਖਾਨ ਕਹਿੰਦਾ ਤੈਨੂੰ ਹਾਸਾ ਕਿਸ ਗੱਲ ਦਾ? ਤਾਰੂ ਸਿੰਘ ਕਹਿੰਦੇ ਜੇ ਪੇਸ਼ ਹੀ ਰੱਖਣੀ ਹੈ ਤੇ ਪੇਸ਼ ਮੈਂ ਤੈਨੂੰ ਦੱਸਦਾ ਕੀ ਰੱਖ। ਕਹਿੰਦਾ ਕੀ ਰੱਖਾਂ? ਕਹਿੰਦਾ ਤੂੰ ਦੱਸ ਕੁਛ ਐਸੇ ਰਾਹ ਕੇਸੀ ਸਾਸੀ ਹੋਏ ਨਬਾ। ਉਹ ਜ਼ਕਰੀਆ ਖਾਨ ਜੇ ਸਿੱਖਾਂ ਵਾਸਤੇ ਕੋਈ ਪੇਸ਼ ਰੱਖੀਏ ਨਾ, ਸਿੱਖਾਂ ਅੱਗੇ ਪੇਸ਼ ਰੱਖਣੀ ਚਾਹੀਦੀ ਹੈ, ਇਹ ਪੇਸ਼ ਰੱਖ ਵੀ ਸਿੱਖਾਂ ਦੀ ਕੇਸਾਂ ਸੁਆਸਾਂ ਨਾਲ ਨਿਭ ਜਾਵੇ। ਇਹ ਪੇਸ਼ ਰੱਖ ਕਿ ਮੈਂ ਮਰ ਤੇ ਜਾਵਾਂ ਪਰ ਮੈਂ ਕਦੇ ਕੇਸ ਨਾ ਕਟਵਾਵਾਂ। ਇਹ ਸਿੱਖਾਂ ਦਾ ਕੇਸਾਂ ਦੇ ਨਾਲ ਪਿਆਰ ਸੀ। ਮੈਂ ਇੱਕ ਬੇਨਤੀ ਕਰਾਂ, ਅੱਜ ਪੰਥ ਦੇ ਵਿੱਚ ਬੜੇ ਸ਼ਬਦ ਪ੍ਰਚਲਿਤ ਹੋ ਗਏ, ਜਿਨ੍ਹਾਂ ਦੇ ਮੂੰਹ ਤੇ ਇੱਕ ਵੀ ਕੇਸ ਨਹੀਂ ਹੁੰਦਾ। ਸਾਡੇ ਕਹਿ ਦਿੰਦੇ ਜੀ ਸਹਿਜਧਾਰੀ ਸਿੱਖ ਆ। ਕੇਸਰ ਸਿੰਘ ਛਿੱਬਰ ਨੂੰ ਪੜ੍ਹੋ, ਭਾਈ ਮਤੀ ਦਾਸ ਜੀ ਦੇ ਪੋਤਰੇ ਨੂੰ ਪੜ੍ਹੋ,
ਤੇ ਪਤਾ ਲੱਗੇਗਾ। ਸਹਿਜ ਧਾਰੀ ਉਹ ਨਹੀਂ ਹੁੰਦਾ ਜਿਹਦੇ ਸਿਰ ਤੇ ਕੇਸ ਨਾ ਹੋਣ। ਸਹਿਜ ਧਾਰੀ ਉਹਨੂੰ ਕਿਹਾ ਜਾਂਦਾ ਸੀ ਜਿਹੜਾ ਕੇਸਾ ਧਾਰੀ ਹੁੰਦਾ ਸੀ। ਸਿਰ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਕੇਸ ਨਹੀਂ ਸੀ ਕਟਵਾਉਂਦਾ, ਹਜੇ ਸਹਿਜ ਵਿੱਚ ਖੰਡੇ ਦੀ ਪੌਲ ਦੀ ਤਿਆਰੀ ਕਰ ਰਿਹਾ ਹੁੰਦਾ ਸੀ। ਅੰਮ੍ਰਿਤ ਨਹੀਂ ਸੀ ਛਕਿਆ ਪਰ ਕੇਸ ਰੱਖੇ ਹੁੰਦੇ ਸੀ, ਕਿਉਂਕਿ ਸਿੱਖ ਕੇਸਾਂ ਤੋਂ ਬਿਨਾ ਨਹੀਂ ਹੁੰਦਾ। ਸਿੱਖੀ ਕੇਸਾਂ ਦਾ ਨਾਮ ਹੈ, ਜੇ ਕੇਸ ਨਹੀਂ ਤੇ ਸਿੱਖ ਵੀ ਨਹੀਂ ਸਦਵਾ ਸਕਦਾ। ਸਹਿਜ ਧਾਰੀ ਉਹ ਹੈ ਜਿਹਨੇ ਅੰਮ੍ਰਿਤ ਨਹੀਂ ਛਕਿਆ ਪਰ ਕੇਸ ਰੱਖੇ ਹੋਏ ਆ। ਸਾਡੇ ਪੂਰਵਜਾਂ ਨੂੰ ਇਹ ਗੱਲ ਦਾ ਪਤਾ ਸੀ, ਇਸ ਲਈ ਉਹਨਾਂ ਅਰਦਾਸ ਵਿੱਚ ਜਦੋਂ ਸਿੱਖੀ ਮੰਗੀ, ਸਿੱਖਾਂ ਨੂੰ ਸਿੱਖੀ ਦਾਨ, ਤੇ ਸਿੱਖੀ ਕਿਵੇਂ ਮਿਲੇਗੀ? ਕੇਸ ਦਾਨ। ਸਿੱਖੀ ਤੋਂ ਬਾਅਦ ਸਭ ਤੋਂ ਪਹਿਲਾਂ ਕੇਸ ਮੰਗੇ ਆ। ਇਹ ਕੇਸਾਂ ਦੇ ਨਾਲ ਪਿਆਰ ਸੀ। ਭਾਈ ਤਾਰੂ ਸਿੰਘ ਜੀ ਨੇ ਕਿਹਾ, ਐਸਾ ਰਾਹ ਦੱਸ ਵੀ ਇਸ ਗੁਰਸਿੱਖ ਦੀ ਕੇਸਾਂ ਸਵਾਸਾਂ ਨਾਲ ਨਿਭ ਜਾਵੇ। ਕਹਿੰਦੇ ਜ਼ਕਰੀਆ ਖਾਨ ਨੂੰ ਗੁੱਸਾ ਆ ਗਿਆ। ਕਹਿੰਦੇ ਸੁਨ ਨਵਾਬ ਤਬ ਗੁੱਸਾ ਖਾਇਆ, ਖੋਟਾ ਬਚਨ ਮੁਖੋਂ ਅਲਾਇਆ, ਜੂਤਨ ਮਾਰ ਉਤਾਰੋ ਬਾਲ, ਨਯਨ ਬੁਲਾਵੋ ਮੁੰਨੋਂ ਸਾਰ। ਕਹਿੰਦੇ ਜ਼ਕਰੀਆ ਖਾਨ ਨੂੰ ਗੁੱਸਾ ਆ ਕੇ ਬੜਾ ਖੋਟਾ ਬਚਨ ਕਹਿਣ ਲੱਗਾ। ਕਹਿੰਦਾ ਆ ਜੁੱਤੀ ਮੇਰੇ ਪੈਰ ਦੀ, ਇਹਦੇ ਸਿਰ ਤੇ ਮਾਰ ਮਾਰ ਕੇ ਇਹਦਾ ਸਿਰ ਗੰਜਾ ਕਰ ਦਿਓ। ਜੇ ਸਿੱਧੀ ਤਰ੍ਹਾਂ ਸਰਕਾਰ ਦੀ ਈਨ ਨਹੀਂ ਮੰਨਦਾ, ਜੁੱਤੀਆਂ ਮਾਰ ਮਾਰ ਇਹਦੇ ਕੇਸ ਝਾੜ ਦਿਓ। ਜਦੋਂ ਇਹ ਬਚਨ ਜ਼ਕਰੀਆ ਖਾਨ ਨੇ ਕੀਤਾ, ਭਾਈ ਤਾਰੂ ਸਿੰਘ ਜੀ ਦੀਆਂ ਅੱਖਾਂ ਲਾਲ ਹੋਈਆਂ, ਖੜੇ ਹੋ ਗਏ, ਬੜੇ ਰੋਹ ਵਿੱਚ ਕਹਿਣ ਲੱਗੇ, ਉਹ ਜ਼ਕਰੀਆ ਖਾਨ ਜ਼ਬਾਨ ਸੰਭਾਲ ਕੇ ਗੱਲ ਕਰ, ਆ ਵੀ ਗੁਰੂ ਕਾ ਸਿੱਖ ਨਹੀਂ, ਤੂੰ ਜੁੱਤੀ ਦੀ ਕਰਦਾ, ਤੇਰੀ ਜੁੱਤੀ ਇੱਕ ਪਾਸੇ, ਹੁਣ ਤਾਰੂ ਸਿੰਘ ਦੇ ਪੈਰ ਦੀ ਜੁੱਤੀ ਹੋਵੇਗੀ, ਤੇਰਾ ਸਿਰ ਹੋਵੇਗਾ। ਜਦੋਂ ਤੱਕ ਤੇਰੇ ਸਿਰ ਦੇ ਵਿੱਚ ਮੇਰੇ ਪੈਰ ਦੀ ਜੁੱਤੀ ਨਹੀਂ ਵੱਜੀ, ਆ ਤਾਰੂ ਸਿੰਘ ਵੀ ਸਰੀਰ ਛੱਡ ਕੇ ਦਰਗਾਹ ਵਿੱਚ ਨਹੀਂ ਜਾਵੇਗਾ। ਇਹ ਬਚਨ ਗੁਰਸਿੱਖ ਦਾ ਪੂਰਾ ਵੀ ਹੋਇਆ ਸੀ। ਕਹਿੰਦੇ ਜਦੋਂ ਭਾਈ ਤਾਰੂ ਸਿੰਘ ਨੇ ਇਸ ਤਰ੍ਹਾਂ ਕਿਹਾ, ਕਹਿੰਦੇ ਨਵਾਬ ਨੇ ਕਿਹਾ ਨਾਈ ਸੱਦੇ ਜਾਣ, ਤਬ ਨਵਾਬ ਨੌਵਣ ਬੁਲਾਏ, ਉਨਕੇ ਸੰਦ ਖੁੰਡੇ ਹੋਏ ਜਾਏ। ਕਹਿੰਦੇ ਨਾਈ ਆਏ, ਕੈਂਚੀਆਂ ਤਿੱਖੀਆਂ, ਭਾਈ ਤਾਰੂ ਸਿੰਘ ਦੇ ਕੇਸ ਕੱਟਣ ਲੱਗੇ। ਉਸ ਗੁਰਸਿੱਖ ਨੇ ਫਿਰ ਅਰਦਾਸ ਕੀਤੀ, ਸਾਹਿਬੇ ਕਮਾਲ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਧੰਨ ਧੰਨ ਮਾਤਾ ਸਾਹਿਬ ਦੇਵਾਂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਕਿਰਪਾ ਕਰਿਓ, ਤੁਹਾਡਾ ਸਿੱਖ ਤੁਹਾਡੇ ਰਾਹ ਤੇ ਤੁਰਨਾ ਚਾਹੁੰਦਾ ਹੈ, ਕਿਰਪਾ ਕਰਕੇ ਇਸ ਸਿੱਖ ਦੀ ਝੋਲੀ ਦੇ ਵਿੱਚ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਣ ਦੀ ਦਾਤ ਬਖਸ਼ ਦਿਓ। ਇਹ ਸਿੱਖ ਦੀ ਅਰਦਾਸ ਹੁੰਦੀ ਹੈ। ਅੱਜ ਸਿੱਖ ਗੁਰੂ ਕੋਲ ਆ ਕੇ ਵੀਜ਼ੇ ਮੰਗਦਾ ਹੈ, ਅੱਜ ਸਿੱਖ ਗੁਰੂ ਕੋਲ ਆ ਕੇ ਕਾਰੋਬਾਰ ਮੰਗਦਾ ਹੈ, ਅੱਜ ਸਿੱਖ ਗੁਰੂ ਕੋਲ ਆ ਕਰਕੇ ਪਰਿਵਾਰ ਦੀ ਸੁੱਖ ਮੰਗਦਾ ਹੈ। ਪਰ ਜਿਹੜੀ ਸਿੱਖੀ ਦੀ ਦਾਤ ਸਿੱਖ ਨੇ ਸਵਾਸ ਸਵਾਸ ਮੰਗਣੀ ਹੈ, ਉਹ ਸਿੱਖੀ ਦੀ ਦਾਤ ਮੰਗਣ ਤੋਂ ਸਿੱਖ ਵੀ ਕਿਤੇ ਦੂਰ ਰਹਿ ਰਿਹਾ। ਗੁਰੂ ਕੋਲ ਆ ਕੇ ਅਰਦਾਸ ਜ਼ਰੂਰ ਕਰੋ ਵੀ ਸਿੱਖੀ ਮਿਲ ਜਾਵੇ। ਕਹਿੰਦੇ ਨਾਈਆਂ ਨੇ ਜਦੋਂ ਕੈਂਚੀਆਂ ਚਲਾਈਆਂ, ਭਾਈ ਰਤਨ ਸਿੰਘ ਭੰਗੂ ਕਹਿੰਦੇ ਉਨਕੇ ਸੰਦ ਖੁੰਡੇ ਹੋਏ ਜਾਏ, ਉਹਨਾਂ ਦੀਆਂ ਕੈਂਚੀਆਂ ਖੁੰਡੀਆਂ ਹੋ ਗਈਆਂ, ਭਾਈ ਤਾਰੂ ਸਿੰਘ ਦੇ ਕੇਸ ਕੱਟੇ ਨਹੀਂ ਗਏ। ਕਹਿੰਦੇ ਉਸ ਵਕਤ ਜ਼ਕਰੀਆ ਖਾਨ ਕਹਿਣ ਲੱਗਾ, ਮੋਚੀ ਲਿਆਵੋ ਅਬ ਦੋ ਚਾਰ, ਖੋਪੜੀ ਸਾਥ ਬਾਲ ਉਤਾਰੋ। ਕਹਿੰਦੇ ਜ਼ਕਰੀਆ ਖਾਨ ਨੇ ਆਦੇਸ਼ ਕੀਤਾ, ਮੋਚੀ ਸੱਦੇ ਜਾਣ, ਤਿੱਖੀ ਰੰਬੀ ਦੇ ਨਾਲ ਜੇ ਇਹਦੇ ਕੇਸ ਨਹੀਂ ਕੱਟੇ ਜਾਂਦੇ, ਇਹਦਾ ਸਾਰੇ ਦਾ ਸਾਰਾ ਖੋਪੜ ਹੀ ਉਤਾਰ ਦਿੱਤਾ ਜਾਵੇ। ਕਹਿੰਦੇ ਪੈਨੀ ਥੀ ਰੰਬੀ ਕਰੀ, ਕਹਿੰਦੇ ਇਧਰੋਂ ਮੋਚੀਆਂ ਨੇ ਰੰਬੀ ਤਿੱਖੀ ਕਰਨੀ ਸ਼ੁਰੂ ਕਰ ਦਿੱਤੀ। ਮੋਚੀਆਂ ਨੇ ਰੰਬੀ ਤਿੱਖੀ ਕੀਤੀ ਹੈ। ਉਧਰ ਗੁਰੂ ਕੇ ਸਿੱਖ ਭਾਈ ਤਾਰੂ ਸਿੰਘ ਨੇ ਕਹਿੰਦੇ ਪਹਿਲਾਂ ਤੇ ਅਕਾਲ ਅਕਾਲ ਸਿੰਘ ਜਾਪ ਉਚਾਰੇ, ਸੁਣ ਸੁਣ ਨਵਾਬ ਮੁੰਦੇ ਕਨ ਸਾਰੇ। ਕਹਿੰਦੇ ਭਾਈ ਤਾਰੂ ਸਿੰਘ ਨੇ ਉੱਚੀ ਆਵਾਜ਼ ਵਿੱਚ ਜਕਾਰਾ ਗਜਾਇਆ। ਜਦੋਂ ਭਾਈ ਤਾਰੂ ਸਿੰਘ ਨੇ ਜਕਾਰਾ ਗਜਾਇਆ, ਜ਼ਕਰੀਆ ਖਾਨ ਨੇ ਉਂਗਲਾਂ ਆਪਣੇ ਕੰਨਾਂ ਵਿੱਚ ਪਾ ਲੀਆਂ। ਕਹਿੰਦਾ ਛੇਤੀ ਕਰਕੇ ਖੋਪੜ ਉਤਾਰ ਦਿਓ, ਇਹ ਜਕਾਰੇ ਲਾਉਣ ਤੋਂ ਬਾਜ ਨਹੀਂ ਆਉਂਦਾ। ਇਹ ਹੈ ਗੁਰਸਿੱਖਾਂ ਦੀ ਨਿਸ਼ਾਨੀ। ਖਾਲਸਾ ਜੀ ਕਹਿੰਦੇ ਰੰਬੀ ਥੀ ਪੈਨੀ ਕਰੀ, ਮੱਥਿਓਂ ਦਈ ਦਬਾਏ। ਆ ਸਿਰ ਤੇ ਮੱਥਾ ਹੈ ਨਾ, ਕਹਿੰਦੇ ਤਿੱਖੀ ਰੰਬੀ ਮੋਚੀਆਂ ਨੇ ਸਭ ਤੋਂ ਪਹਿਲਾਂ ਮੱਥੇ ਦੇ ਕੋਲ ਲਿਆ ਕਰਕੇ ਅੰਦਰ ਨੂੰ ਦੱਬ ਦਿੱਤੀ। ਜਦੋਂ ਮੱਥੇ ਤੋਂ ਅੰਦਰ ਨੂੰ ਰੱਬੀ ਦੱਬੀ ਹੈ, ਕਹਿੰਦੇ ਖੂਨ ਵਗਣਾ ਸ਼ੁਰੂ ਹੋ ਗਿਆ। ਕਹਿੰਦੇ ਪੈਨੀ ਥੀ ਰੰਬੀ ਕਰੀ, ਮੱਥਿਓਂ ਦਈ ਦਬਾਏ, ਮੱਥੇ ਤੇ ਕੰਨਾਂ ਤਾਈਂ ਗਿੱਚਿਓਂ ਦਈ ਪਟਾਏ।
ਕਹਿੰਦੇ ਇਸ ਤਰ੍ਹਾਂ ਰੰਬੀ ਤਿੱਖੀ ਚਲਾਉਂਦੇ ਰਹੇ, ਮੱਥੇ ਤੋਂ ਦਬਾਉਣੀ ਸ਼ੁਰੂ ਕੀਤੀ, ਕੰਨਾਂ ਤੱਕ ਲਿਆਂਦੀ, ਕੰਨਾਂ ਤੋਂ ਲਿਆਉਂਦੇ ਲਿਆਉਂਦੇ ਗਿੱਚੀ ਕੋ ਲਿਆ ਕਰਕੇ ਖੋਪੜੀ ਨੂੰ ਜ਼ੋਰ ਦੀ ਅੰਦਰ ਨੂੰ ਨੱਪਿਆ। ਕਹਿੰਦੇ ਸਾਰੇ ਦਾ ਸਾਰਾ ਖੋਪੜ ਉਹ ਭਾਈ ਤਾਰੂ ਸਿੰਘ ਦੇ ਸਰੀਰ ਤੋਂ ਵੱਖਰਾ ਹੋ ਗਿਆ। ਮੈਂ ਬੇਨਤੀ ਕਰਾਂ, ਇਹਨਾਂ ਗੁਰਸਿੱਖਾਂ ਦੀ ਕੁਰਬਾਨੀਆਂ ਨੂੰ ਨਾ ਭੁੱਲੋ। ਅੱਜ ਘਰਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਇਹਨਾਂ ਗੁਰਸਿੱਖਾਂ ਦਾ ਇਤਿਹਾਸ ਪੜ੍ਹਾਓ। ਮੈਂ ਮੰਜੀ ਸਾਹਿਬ ਦੀਵਾਨ ਨਾਲ ਵੀ ਬੇਨਤੀ ਕੀਤੀ, ਬੜਾ ਪਖੰਡ ਭਾਰਤ ਦੀ ਧਰਤੀ ਤੇ ਚੱਲਦਾ, ਕੋਈ ਪਾਸਪੋਰਟਾਂ ਤੇ ਲੀਕਾਂ ਮਾਰਦਾ, ਕੋਈ ਪਰਚੇ ਕੱਢੀ ਜਾਂਦਾ, ਸਿੱਖ ਉੱਥੇ ਭੱਜੀ ਜਾਂਦੇ। ਪਰ ਯਾਦ ਰੱਖੋ, ਤੁਸੀਂ ਪੀਰਾਂ ਦੇ ਨਹੀਂ ਵਾਰਸ, ਤੁਸੀਂ ਇਹਨਾਂ ਸ਼ਹੀਦਾਂ ਦੇ ਵਾਰਸ ਹੋ ਜਿਨ੍ਹਾਂ ਨੇ ਖੋਪੜ ਉਤਰਾਉਣੇ ਮਨਜ਼ੂਰ ਕਰ ਲਏ ਪਰ ਆਪਣੇ ਸਿਰ ਤੋਂ ਕੇਸ ਕਟਵਾਉਣੇ ਮਨਜ਼ੂਰ ਨਹੀਂ ਕੀਤੇ। ਰੰਬੀ ਦੇ ਨਾਲ ਸਾਰੇ ਦਾ ਸਾਰਾ ਖੋਪੜ ਉਤਰ ਗਿਆ, ਪਰ ਸਿੰਘ ਜੀ ਮੁਖ ਤੇ ਸੀ ਨਾ ਕਰੀ, ਧੰਨ ਧੰਨ ਗੁਰਮੁਖ ਕਹਿਣੀ ਸਰੀ। ਜੋ ਭਾਈ ਤਾਰੂ ਸਿੰਘ ਨੇ ਕਿਹਾ ਸੀ ਉਹ ਭਾਈ ਤਾਰੂ ਸਿੰਘ ਦੀ ਕਹਿਣੀ ਪੂਰੀ ਹੋਈ। ਸਿੰਘ ਨੇ ਮੂੰਹ ਦੇ ਵਿੱਚੋਂ ਇੱਕ ਵਾਰ ਸੀ ਨਾ ਉਚਾਰਿਆ। ਕਹਿੰਦੇ ਇਧਰੋਂ ਖੋਪੜ ਉਤਰਿਆ, ਦੂਜੇ ਪਾਸੇ ਉਸੀ ਵਕਤ ਨਵਾਬ ਕੋ ਭਇਓ ਸੋ ਬੰਦ ਪਿਸ਼ਾਬ, ਇਮ ਤੜਫੈ ਜਿਮ ਥਲ ਮੱਛੀ ਪਾਵਤ ਭਇਓ ਅਜਾਬ। ਕਹਿੰਦੇ ਭਾਈ ਤਾਰੂ ਸਿੰਘ ਦਾ ਖੋਪੜ ਉਤਰਿਆ, ਦੂਸਰੇ ਪਾਸੇ ਨਵਾਬ ਦੇ ਪਿਸ਼ਾਬ ਦਾ ਬੰਨ ਪੈ ਗਿਆ। ਕਹਿੰਦੇ ਇਸ ਤਰ੍ਹਾਂ ਆਪਣੇ ਤਖਤ ਤੇ ਬੈਠਾ ਤੜਪਦਾ ਜਿਵੇਂ ਜਲ ਦੇ ਵਿੱਚੋਂ ਮੱਛਲੀ ਜ਼ਮੀਨ ਤੇ ਧਰਦੀ ਹੈ ਤੇ ਮੱਛਲੀ ਤੜਪਦੀ ਹੈ। ਕਹਿੰਦੇ ਬੜੇ ਮੌਲਵੀ ਸੱਦੇ, ਬੜੇ ਵੈਦ ਸੱਦੇ, ਪਰ ਇਲਾਜ ਨਾ ਮਿਲਿਆ। ਮੌਲਵੀਆਂ ਨੂੰ ਕਹਿੰਦਾ ਕਲਮਾ ਪੜੋ, ਪੜ ਪੜ ਸੈਫੀ ਕਲਾਮਣ ਫੂਕੈ, ਸੁਣ ਸੁਣ ਨਵਾਬ ਤਬੈ ਤਨ ਹੂਕੈ। ਕਹਿੰਦੇ ਮੌਲਵੀ ਆ ਕੇ ਕਲਮਾ ਪੜਦੇ ਆ, ਇਲਮ ਸਿੱਧ ਕਰਦੇ ਆ। ਉਹ ਜਿਉਂ-ਜਿਉਂ ਇਲਮ ਪੜਦੇ ਨਵਾਬ ਸੁਣ ਸੁਣ ਕੇ ਹੋਰ ਜ਼ਿਆਦਾ ਤੜਫਦਾ। ਭਾਈ ਰਤਨ ਸਿੰਘ ਭੰਗੂ ਨੂੰ ਪੁੱਛਿਆ ਤੜਪਦਾ ਕਿਉਂ ਹੈ? ਕਹਿੰਦੇ ਭਾਈ ਤਾਰੂ ਸਿੰਘ ਦੀ ਖੋਪੜੀ ਉਤਾਰੀ ਸੀ, ਭਾਈ ਤਾਰੂ ਸਿੰਘ ਨੂੰ ਕਿਹਾ ਸੀ ਜੁੱਤੀਆਂ ਮਾਰ ਕੇ ਕੇਸ ਉਤਾਰਾਂਗਾ, ਪਰ ਗੁਰੂ ਕੇ ਸਿੱਖ ਨੇ ਕਿਹਾ ਸੀ ਇਹ ਸਿੱਖ ਦੇ ਪੈਰ ਦੀ ਜੁੱਤੀ ਤੇਰੇ ਸਿਰ ਤੇ ਵੱਜੇਗੀ, ਤੈਨੂੰ ਨਰਕਾਂ ਤੱਕ ਸੱਟ ਕੇ ਆਵੇਗੀ। ਉਹ ਬਚਨ ਸੱਚ ਹੋ ਰਹੇ ਸਨ। ਖਾਲਸਾ ਜੀ ਕਹਿੰਦੇ ਭਾਈ ਸਾਹਿਬ ਭਾਈ ਤਾਰੂ ਸਿੰਘ ਦੇ ਬਚਨ ਸ਼ਹੀਦਾਂ ਨੇ ਪ੍ਰਤੱਖ ਵਰਤਾਏ। ਨਵਾਬ ਤੜਪਿਆ, ਕਹਿੰਦੇ ਤੜਪਿਆ ਕਿਉਂ? ਭਾਈ ਰਤਨ ਸਿੰਘ ਭੰਗੂ ਕਹਿੰਦੇ ਨੀਲੇ ਬਾਣੇ ਸ਼ਹੀਦਨ ਹੱਥ ਸੋਟੈ। ਕਹਿੰਦੇ ਜ਼ਕਰੀਆ ਖਾਨ ਨੂੰ ਅੱਖਾਂ ਦੇ ਸਾਹਮਣੇ ਨੀਲੇ ਬਾਣੇ ਦੇ ਵਿੱਚ ਗੁਰੂ ਕੇ ਸ਼ਹੀਦ ਹੀ ਨਜ਼ਰ ਆਉਂਦੇ ਸਨ, ਜਿਨ੍ਹਾਂ ਦੇ ਹੱਥਾਂ ਵਿੱਚ ਮੋਟੇ ਮੋਟੇ ਸੋਟੇ। ਮਾਰਿਆ ਸ਼ਹੀਦ ਜਿਉਂ ਭੰਗ ਘੋਟੈ। ਕਹਿੰਦੇ ਜਿਸ ਤਰ੍ਹਾਂ ਭੰਗ ਨੂੰ ਘੋਟਦੇ ਇਸ ਤਰ੍ਹਾਂ ਸ਼ਹੀਦ ਜ਼ਕਰੀਆ ਖਾਨ ਦਾ ਘੋਟਾ ਪੇ ਲਾਉਂਦੇ ਆ। ਕਹਿੰਦੇ ਜਿਮ ਜਿਮ ਪੀਰ ਨਵਾਬ ਪੁਕਾਰੈ, ਜਿਸ ਤਰ੍ਹਾਂ ਜ਼ਕਰੀਆ ਖਾਨ ਆਪ ਦੇ ਮੁਰਸ਼ਿਦਾਂ ਨੂੰ ਚੇਤੇ ਕਰਦਾ, ਤਿਮ ਤਿਮ ਸ਼ਹੀਦ ਬਹੁਤ ਅਕਾਵੈ, ਤਿਉਂ ਤਿਉਂ ਸ਼ਹੀਦ ਹੋਰ ਜ਼ਿਆਦਾ ਸੰਤਾਪ ਦਿੰਦੇ। ਅਖੀਰ ਤੜਪਿਆ, ਕਹਿੰਦੇ ਅਖੀਰ ਸਮਝ ਪੈ ਗਈ ਹੁਣ ਬੰਦ ਖਲਾਸੀ ਨਹੀਂ ਹੋਣੀ। ਤਰਲੇ ਕੀਤੇ ਭਾਈ ਤਾਰੂ ਸਿੰਘ ਦੇ ਆਪਦੇ ਚਰਨਾਂ ਦੀ ਜੁੱਤੀ ਦੇ ਦੇ, ਆਹ ਜ਼ਕਰੀਆ ਖਾਨ ਤੇਰੇ ਕਦਮਾਂ 'ਚ ਸਿਰ ਧਰਦਾ, ਇਹ ਮੇਰੇ ਸਿਰ ਤੇ ਜੁੱਤੀ ਮਾਰ ਕੇ ਮੇਰੀ ਬੰਦ ਖਲਾਸੀ ਕਰ ਦੇ। ਉਸ ਸਮੇਂ ਕਹਿੰਦੇ ਫਿਰ ਭਾਈ ਤਾਰੂ ਸਿੰਘ ਦੇ ਚਰਨਾਂ ਦੀ ਜੁੱਤੀ, ਚਰਨਾਂ ਦਾ ਜੋੜਾ, ਕਹਿੰਦੇ ਉਹ ਜ਼ਕਰੀਆ ਖਾਨ ਦੇ ਸਿਰ ਤੇ ਮਾਰਨਾ ਸ਼ੁਰੂ ਕੀਤਾ। ਕਹਿੰਦੇ ਇੱਕ ਜੁੱਤੀ ਵੱਜੇ, ਜ਼ਕਰੀਆ ਖਾਨ ਕਹਿੰਦਾ ਇੱਕ ਹੋਰ ਮਾਰੋ, ਦੂਜੀ ਵੱਜੇ, ਕਹਿੰਦਾ ਇੱਕ ਹੋਰ ਮਾਰੋ। ਕਹਿੰਦੇ ਜਿਵੇਂ ਜਿਵੇਂ ਭਾਈ ਤਾਰੂ ਸਿੰਘ ਦੇ ਪੈਰ ਦੀ ਜੁੱਤੀ ਨਵਾਬ ਦੇ ਸਿਰ ਤੇ ਪੈਂਦੀ ਹੈ, ਤਿਉਂ ਤਿਉਂ ਨਵਾਬ ਨੂੰ ਬੰਦ ਖਲਾਸੀ ਮਿਲਦੀ ਹੈ। ਅਖੀਰ ਜ਼ਕਰੀਆ ਖਾਨ ਦੀ ਮੌਤ ਹੋਈ। ਇੱਧਰ ਭਾਈ ਤਾਰੂ ਸਿੰਘ ਨੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕੀਤਾ। ਜਪਜੀ ਸਾਹਿਬ ਦਾ ਪਾਠ ਆਰੰਭ ਕਰਕੇ 21 ਦਿਨ ਬਿਨਾਂ ਖੋਪੜ ਤੋਂ ਜੀਵਤ ਸਰੀਰ ਕਰਕੇ ਰਹੇ। ਉਸ ਤਰ੍ਹਾਂ ਸ਼ਹੀਦ ਸਦਾ ਹੀ ਜਿਉਂਦੇ ਜਾਗਦੇ ਆ। ਜਪਜੀ ਸਾਹਿਬ ਦਾ ਪਾਠ ਕਰਕੇ ਆਪਣਾ ਸਰੀਰਕ ਚੋਲਾ ਤਿਆਗਿਆ, ਪਰ ਵੇਖੋ ਬੜਾ ਵੱਡਾ ਸਬਕ ਸਾਨੂੰ ਸਿਖਾ ਕੇ ਗਏ। ਭਾਵੇਂ ਉਸ ਸ਼ਹੀਦ ਦਾ ਅੱਜ ਜਨਮ ਦਿਹਾੜਾ, ਪਰ ਸ਼ਹੀਦਾਂ ਦਾ ਅਸਲੀ ਜਨਮ ਸ਼ਹਾਦਤ ਤੋਂ ਬਾਅਦ ਹੁੰਦਾ ਹੈ। ਲੋਕ ਜੰਮਦੇ ਨੇ, ਮਰ ਜਾਂਦੇ ਨੇ, ਜੰਮ ਕੇ ਵੀ ਕੁਝ ਨਹੀਂ ਸਿਖਾ ਸਕਦੇ, ਪਰ ਸ਼ਹੀਦ ਜੰਮ ਕੇ ਵੀ ਸਿਖਾਉਂਦੇ ਆ, ਮਰ ਕੇ ਵੀ ਇੱਕ ਵੱਡੀ ਸਿੱਖਿਆ ਦੇ ਜਾਂਦੇ ਆ। ਉਸ ਮਹਾਨ ਸੂਰਬੀਰ ਯੋਧੇ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਨਿਹੰਗ ਸਿੰਘ, ਉਸ ਮਹਾਨ ਸ਼ਹੀਦ ਦਾ ਅੱਜ ਜਨਮ ਦਿਹਾੜਾ। ਆਪਣੇ ਬੱਚਿਆਂ ਨੂੰ ਦੱਸੋ ਕਿ ਤੁਸੀਂ ਰੋਮੀਓ ਜੂਲੀਅਟ ਦੇ, ਸ਼ੇਕਸਪੀਅਰ ਦੇ ਵਾਰਸ ਨਹੀਂ, ਤੁਸੀਂ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਣ ਵਾਲੇ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦੇ ਵਾਰਸ ਹੋ।
ਸੋ ਸਤਿਗੁਰ ਕਿਰਪਾ ਕਰਨ, ਐਸੇ ਗੁਰਸਿੱਖਾਂ ਦੇ ਮਹਾਨ ਉਪਕਾਰ ਗੁਰਸਿੱਖਾਂ ਦੀ ਕਰਨੀ ਸਾਡੇ ਜੀਵਨ ਦੇ ਵਿੱਚ ਵਸ ਜਾਵੇ। ਆਓ ਜੋ ਸ਼ਬਦ ਦੀ ਵਿਚਾਰ ਹੈ ਉਸ ਸ਼ਬਦ ਦੀ ਵਿਚਾਰ ਨੂੰ ਆਰੰਭ ਕਰੀਏ, ਕਿਉਂਕਿ ਸ਼ਬਦ ਦੀ ਵਿਚਾਰ ਦੇ ਨਾਲ ਇਹਨਾਂ ਗੁਰਸਿੱਖਾਂ ਦਾ ਇਤਿਹਾਸ ਉਹ ਵੀ ਬੱਚਿਆਂ ਨੂੰ ਦੱਸਣਾ, ਨੌਜਵਾਨਾਂ ਨੂੰ ਦੱਸਣਾ ਬਹੁਤ ਜ਼ਰੂਰੀ ਹੈ। ਸਤਿਗੁਰੂ ਅੱਗੇ ਅਰਦਾਸ ਕਰੀਏ, ਮਹਾਰਾਜ ਸ਼ਬਦ ਦੀ ਵਿਚਾਰ ਆਪ ਹੀ ਸੀਸ ਤੇ ਮਿਹਰ ਭਰਿਆ ਹੱਥ ਰੱਖ ਕੇ ਕਰਵਾਉਣ। ਸਾਰੇ ਪ੍ਰੇਮ ਸਹਿਤ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ। ਗੌੜੀ ਮਹੱਲਾ ਪੰਜਵਾਂ। ਗੌੜੀ ਰਾਗ ਦੇ ਅੰਦਰ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਉਹ ਇਸ ਪਾਵਨ ਪਵਿੱਤਰ ਸ਼ਬਦ ਨੂੰ ਆਪਣੀ ਰਸਨਾ ਦੁਆਰਾ ਉਚਾਰਨ ਕਰਦੇ ਹਨ। ਭੈ ਮਹਿ ਰਚਿਓ ਸਭ ਸੰਸਾਰਾ। ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਸੰਸਾਰ ਦੇ ਹਾਲਤ ਦੱਸਦੇ ਨੇ, ਸੰਸਾਰ ਦੇ ਹਾਲਾਤ ਕੀ ਨੇ। ਹਰ ਇੱਕ ਬੰਦਾ ਕਿਸੇ ਨਾ ਕਿਸੇ ਭੈ ਦੇ ਵਿੱਚ ਗਲਕਤ ਹੋ ਰਿਹਾ, ਭੈ ਦੇ ਵਿੱਚ ਬੰਨਿਆ ਹੋਇਆ ਆਪਣੀ ਆਤਮਾ ਨੂੰ। ਕਿਸੇ ਨੂੰ ਮੌਤ ਦਾ ਡਰ ਹੈ, ਜਿਸ ਕੋਲ ਮਾਇਆ ਹੈ ਉਸ ਨੂੰ ਮਾਇਆ ਗਵਾਚਣ ਦਾ ਡਰ ਹੈ, ਜਿਸ ਕੋਲ ਬਹੁਤੇ ਰਿਸ਼ਤੇ ਨੇ ਰਿਸ਼ਤਿਆਂ ਦੀ ਆਸ ਹੈ ਉਹਨੂੰ ਰਿਸ਼ਤਿਆਂ ਦੇ ਵਿਛੜਨ ਦਾ ਡਰ ਹੈ। ਭਾਵ ਹਰ ਇੱਕ ਬੰਦੇ ਨੂੰ ਕਿਸੇ ਨਾ ਕਿਸੇ ਚੀਜ਼ ਦਾ ਭੈ ਜ਼ਰੂਰ ਖਾ ਰਿਹਾ। ਭੈ ਤੋਂ ਬਚਣ ਦਾ ਕੋਈ ਵੀ ਤਰੀਕਾ, ਕੋਈ ਵੀ ਉਪਾਅ ਸੰਸਾਰ ਤੇ ਛੇਤੀ ਕਿਤਿਆਂ ਨਜ਼ਰ ਨਹੀਂ ਆਉਂਦਾ। ਅੱਜ ਹਾਲਾਤ ਐਸੇ ਨੇ, ਜੇ ਬੰਦਾ ਜੀਵਨ ਦੇ ਵਿੱਚ ਕੋਈ ਕੰਮ ਦੀ ਸ਼ੁਰੂਆਤ ਵੀ ਕਰਦਾ, ਬੰਦੇ ਨੂੰ ਸਭ ਤੋਂ ਪਹਿਲਾਂ ਉਸੇ ਕੰਮ ਦਾ ਭੈ, ਉਸੇ ਕਾਰਜ ਦਾ ਡਰ ਵੀ ਇਹ ਰਹਿੰਦਾ ਵੀ ਪਤਾ ਨਹੀਂ ਇਹ ਕਾਰਜ ਸਿਰੇ ਚੜ੍ਹਨਾ ਵੀ ਹੈ ਕਿ ਨਹੀਂ ਚੜ੍ਹਨਾ। ਇਸ ਲਈ ਬੰਦਾ ਕਾਰਜ ਦੀ ਸ਼ੁਰੂਆਤ ਤੋਂ ਪਹਿਲਾਂ ਵੀ ਘਬਰਾਉਂਦਾ ਰਹਿੰਦਾ। ਤੇ ਇਸੇ ਭੈ ਦੇ ਕਾਰਨ ਅੱਜ ਇਨਸਾਨ ਦੁਖੀ ਹੋ ਰਿਹਾ, ਡਿਪਰੈਸ਼ਨ ਵਿੱਚ ਜਾ ਰਿਹਾ, ਸਟ੍ਰੈਸ ਵਿੱਚ ਜਾ ਰਿਹਾ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਇਸ ਸ਼ਬਦ ਵਿੱਚ ਦੱਸਦੇ ਨੇ ਸੰਸਾਰ ਭੈ ਵਿੱਚ ਹੈ, ਭੈ ਵਿੱਚ ਤੜਪ ਰਿਹਾ ਹੈ, ਪਰ ਇਸ ਭੈ ਤੋਂ ਬਚਣ ਦਾ ਤਰੀਕਾ ਕੀ ਹੈ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭੈ ਤੋਂ ਪਤਾ ਕੌਣ ਬਚਦਾ, ਤਿਸ ਭਉ ਨਾਹੀ ਜਿਸ ਨਾਮ ਆਧਾਰਾ। ਕਹਿੰਦੇ ਜਿਹਦੇ ਅੰਦਰ ਨਾਮ ਆਧਾਰ ਬਣ ਜਾਂਦਾ ਹੈ ਨਾ, ਉਹਨੂੰ ਨਾ ਦੁੱਖ ਸਤਾਉਂਦਾ ਹੈ, ਨਾ ਭੁੱਖ ਸਤਾਉਂਦੀ ਹੈ, ਨਾ ਹੀ ਕਿਸੇ ਚੀਜ਼ ਦਾ ਡਰ ਸਤਾਉਂਦਾ ਹੈ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ। ਹੁਣ ਭਾਈ ਤਾਰੂ ਸਿੰਘ ਜੀ ਦੇ ਜੀਵਨ ਦੇ ਵਿੱਚ ਨਾਮ ਆਧਾਰ ਸੀ, ਤਾਈਓਂ ਕਰਕੇ ਖਾਲਸਾ ਜੀ ਖੋਪੜ ਉਤਰਾਉਣਾ ਮਨਜ਼ੂਰ ਕੀਤਾ। ਤਿੱਖੀ ਰੰਬੀ ਦੇਖ ਕਰਕੇ ਵੀ ਡਰੇ ਨਹੀਂ, ਘਬਰਾਏ ਨਹੀਂ। ਮਨ ਦੇ ਵਿੱਚ ਨਾਮ ਆਧਾਰ ਸੀ, ਕਲਗੀਆਂ ਵਾਲੇ ਦੇ ਚਰਨਾਂ ਨਾਲ ਮੁਹੱਬਤ ਸੀ। ਮੌਤ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਵੀ ਜਕਾਰੇ ਪੈ ਲਾਉਂਦੇ ਸਨ। ਭਾਈ ਮਤੀ ਦਾਸ ਦੇ ਹਿਰਦੇ ਵਿੱਚ ਨਾਮ ਆਧਾਰ ਸੀ। ਸਿਰ ਤੇ ਆਰਾ ਚੱਲ ਰਿਹਾ, ਸਾਹਮਣੇ ਗੁਰੂ ਤੇਗ ਬਹਾਦਰ ਜੀ ਦੇ ਚਰਨ ਨੇ, ਪਰ ਸਿਰ ਤੇ ਚੱਲ ਰਹੇ ਆਰੇ ਦਾ ਡਰ ਨਹੀਂ ਕੁਝ ਵਿਗਾੜ ਰਿਹਾ, ਬਲਕਿ ਸਾਹਮਣੇ ਗੁਰੂ ਦੇ ਚਰਨ ਉਹ ਹੋਰ ਜ਼ਿਆਦਾ ਸਿੱਖੀ ਸਿਦਕ ਭਰ ਰਹੇ ਆ। ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਆਧਾਰ ਹੁੰਦਾ ਉਹ ਸਦਾ ਖੇੜੇ ਵਿੱਚ ਰਹਿੰਦੇ ਆ, ਉਹ ਭੈ ਤੋਂ ਮੁਕਤ ਹੋ ਜਾਂਦੇ ਆ। ਜਿਨ੍ਹਾਂ ਨੇ ਨਿਰਭਉ ਨੂੰ ਧਿਆਇਆ, ਜਿਹੜੇ ਰੋਜ਼ਾਨਾ ਨਿਰਭਉ ਨਿਰਵੈਰ ਦਾ ਜਾਪ ਕਰਦੇ ਆ, ਉਹ ਡਰ ਤੋਂ ਮੁਕਤ ਹੁੰਦੇ ਆ। ਇਸੇ ਕਰਕੇ ਗੁਰੂ ਸਾਹਿਬ ਨੇ ਕਿਹਾ ਨਾਮ ਨੂੰ ਆਧਾਰ ਬਣਾਉਣ ਵਾਲੇ, ਨਾਮ ਦੀ ਧੁਨੀ ਨੂੰ ਸੁਣਨ ਵਾਲੇ ਸਦਾ ਖੇੜੇ ਵਿੱਚ ਰਹਿੰਦੇ ਆ। ਨਾਨਕ ਭਗਤਾ ਸਦਾ ਵਿਗਾਸ। ਉਹ ਸਦਾ ਖੇੜੇ ਵਿੱਚ ਨੇ, ਉਹਨਾਂ ਨੂੰ ਨਾ ਦੁੱਖ ਕੁਝ ਵਿਗਾੜ ਸਕਦਾ, ਨਾ ਮੌਤ ਦਾ ਭੈ ਕੁਝ ਕਰ ਸਕਦਾ, ਨਾ ਸੰਸਾਰਕ ਕਿਸੇ ਹੋਰ ਤਰੀਕੇ ਦਾ ਭੈ ਵੀ ਕੁਝ ਕਰ ਸਕਦਾ। ਸਤਿਗੁਰੂ ਕਹਿੰਦੇ ਇਸ ਲਈ ਜੇ ਚਾਹੁੰਦੇ ਹੋ ਵੀ ਸੰਸਾਰਕ ਭੈ ਖਤਮ ਹੋ ਜਾਵੇ, ਸੰਸਾਰਕ ਡਰ ਖਤਮ ਹੋ ਜਾਵੇ, ਤੇ ਸੰਸਾਰਕ ਡਰ ਖਤਮ ਕਰਨ ਦਾ ਇੱਕੋ ਤਰੀਕਾ ਹੈ ਭਉ ਨਾ ਵਿਆਪੈ ਤੇਰੀ ਸਰਣਾ। ਕਹਿੰਦੇ ਭੈ ਬਿਲਕੁਲ ਵੀ ਨਜ਼ਦੀਕ ਨਹੀਂ ਆਉਂਦਾ ਜਿਹੜੇ ਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਆ। ਗੁਰੂ ਦੀ ਸ਼ਰਨ ਵਿੱਚ ਆਉਣ ਦਾ ਮਤਲਬ ਇਹ ਹੈ ਵੀ ਸਿੱਖ ਕਿਤੇ ਵੀ ਹੋਵੇ,
ਭਾਵੇਂ ਆਪਣੇ ਦੁਕਾਨ ਤੇ ਬੈਠਾ, ਭਾਵੇਂ ਕਾਰੋਬਾਰ ਕਰ ਰਿਹਾ, ਭਾਵੇਂ ਯਾਤਰਾ ਕਰ ਰਿਹਾ, ਭਾਵੇਂ ਦੁਨੀਆ ਦੇ ਤਖਤੇ ਤੇ ਕਿਤੇ ਵੀ ਵਿਚਰ ਰਿਹਾ, ਸਿੱਖ ਦੇ ਹਿਰਦੇ ਦੇ ਵਿੱਚ ਸਦਾ ਸ਼ਬਦ ਦੀ ਧੁਨੀ ਚੱਲਦੀ ਰਵੇ, ਸ਼ਬਦ ਦੀ ਗੁੰਜ਼ਾਰ ਚੱਲਦੀ ਰਵੇ, ਸ਼ਬਦ ਦਾ ਅਭਿਆਸ ਚੱਲਦਾ ਰਵੇ। ਉਹ ਹੈ ਗੁਰੂ ਦੀ ਸ਼ਰਨ ਦੇ ਵਿੱਚ ਰਹਿਣਾ। ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਹੀ ਸਿੱਖਿਆ ਦਿੱਤੀ ਹੈ। ਭਾਈ ਲਹਿਣਾ ਜੀ ਨੇ ਕਿਹਾ ਸੀ ਗੁਰੂ ਨਾਨਕ ਸਾਹਿਬ ਨੂੰ, ਮੈਨੂੰ ਆਪਣੇ ਤੋਂ ਵਿਛੋੜਿਓ ਨਾ। ਜਿੰਨੇ ਵੀ ਗੁਰੂ ਨੂੰ ਕਿਹਾ ਨਾ, ਮੈਨੂੰ ਆਪਣੇ ਤੋਂ ਵਿਛੋੜਿਓ ਨਾ, ਆਪਣੀ ਸ਼ਰਨ ਵਿੱਚ ਰੱਖਿਓ। ਗੁਰੂ ਨਾਨਕ ਸਾਹਿਬ ਨੇ ਇੱਕ ਗੱਲ ਅਕਸਰ ਕਹੀ ਹੈ ਕਿ ਸਿੱਖੋ, ਜੇ ਸਰੀਰ ਨਾਲ ਜੁੜੋਗੇ ਇੱਕ ਦਿਨ ਵਿਛੜ ਜਾਵੋਗੇ, ਜੇ ਸ਼ਬਦ ਨਾਲ ਜੁੜੋਗੇ ਸਦੀਆਂ ਸਦੀਆਂ ਤੱਕ ਸ਼ਬਦ ਨਾਲ ਨਿਭ ਜਾਵੇਗੀ। ਜਿਹੜੇ ਸ਼ਬਦ ਨਾਲ ਜੁੜਦੇ ਨੇ ਉਹ ਕਦੇ ਫਿਰ ਦੂਰ ਨਹੀਂ ਹੁੰਦੇ। ਇਸ ਲਈ ਗੁਰੂ ਦੀ ਸ਼ਰਨ ਦੇ ਵਿੱਚ ਆਉਣ ਦਾ ਭਾਵ ਹੈ ਸ਼ਬਦ ਦੇ ਨਾਲ ਜੁੜ ਜਾਣਾ। ਮਹਾਰਾਜ ਕਹਿੰਦੇ ਭਉ ਨਾ ਵਿਆਪੈ ਤੇਰੀ ਸਰਣਾ। ਜਿਹੜੇ ਸ਼ਬਦ ਦੀ ਸ਼ਰਨ ਵਿੱਚ ਆਉਂਦੇ ਆ, ਅੰਮ੍ਰਿਤ ਵੇਲੇ ਉੱਠ ਕਰਕੇ ਜਪਜੀ ਸਾਹਿਬ, ਜਾਪ ਸਾਹਿਬ, ਤੋ ਪ੍ਰਸਾਦ ਸਵਈਏ, ਕਬਿਓ ਬਾਚ ਬੇਨਤੀ, ਚੌਪਈ ਸਾਹਿਬ, ਆਨੰਦ ਸਾਹਿਬ, ਸੰਧਿਆ ਸਮੇਂ ਰਹਿਰਾਸ ਸਾਹਿਬ, ਸੌਣ ਤੋਂ ਪਹਿਲਾਂ ਕੀਰਤਨ ਸੋਹਿਲਾ ਦਾ ਜਾਪ ਕਰਦੇ ਆ, ਸ਼ਬਦ ਦੀ ਸ਼ਰਨ ਵਿੱਚ ਸਦਾ ਰਹਿੰਦੇ ਨੇ ਤੇ ਉਹਨਾਂ ਦਾ ਡਰ ਕੁਝ ਵਿਗਾੜ ਨਹੀਂ ਸਕਦਾ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਗੇ ਬਖਸ਼ਿਸ਼ ਕਰਦੇ ਨੇ, ਜੋ ਤੁਧ ਭਾਵੈ ਸੋਈ ਕਰਨਾ। ਕਹਿੰਦੇ ਜਿਹੜਾ ਸ਼ਬਦ ਦੀ ਸ਼ਰਨ ਵਿੱਚ ਆਉਂਦਾ ਹੈ, ਗੁਰੂ ਦੀ ਸ਼ਰਨ ਵਿੱਚ ਆਉਂਦਾ ਹੈ, ਉਹਦੇ ਜੀਵਨ ਦੇ ਵਿੱਚ ਇੱਕ ਬਖਸ਼ਿਸ਼ ਹੋਰ ਵਰਤਦੀ ਆ। ਉਹਦਾ ਸੁਭਾਅ ਵੀ ਇਹ ਬਣਦਾ, ਉਹ ਜੀਵਨ ਵਿੱਚ ਉਹੀ ਕਰਮ ਕਮਾਉਂਦਾ ਜਿਹੜੇ ਗੁਰੂ ਨੂੰ ਪਾਉਂਦੇ ਹੋਣ, ਜਿਹੜੇ ਗੁਰਮਤਿ ਤੇ ਢੁਕਦੇ ਹੋਣ। ਜਿਹੜਾ ਕਰਮ ਗੁਰੂ ਨੂੰ ਨਹੀਂ ਪਾਉਂਦਾ ਉਹ ਕਰਮ ਫਿਰ ਸ਼ਰਨ ਵਿੱਚ ਰਹਿਣ ਵਾਲਾ ਕਮਾਉਂਦਾ ਹੀ ਨਹੀਂ। ਇਹ ਸਭ ਤੋਂ ਵੱਡੀ ਨਿਸ਼ਾਨੀ ਹੈ ਗੁਰਸਿੱਖਾਂ ਦੀ। ਜੇ ਦੇਖਣਾ ਹੋਵੇ ਸ਼ਰਨ ਵਿੱਚ ਆਏ ਹੋਏ ਦੀ ਨਿਸ਼ਾਨੀ ਕੀ ਹੈ, ਸ਼ਰਨ ਵਿੱਚ ਆਏ ਦੀ ਨਿਸ਼ਾਨੀ ਇਹੀ ਹੈ, ਉਹੀ ਕਰਮ ਕਮਾਉਣੇ ਜਿਹੜੇ ਗੁਰੂ ਨੂੰ ਚੰਗੇ ਲੱਗਦੇ, ਉਹੀ ਰਹਿਤ ਕਮਾਉਣੀ ਜਿਹੜੀ ਗੁਰੂ ਨੂੰ ਚੰਗੀ ਲੱਗਦੀ ਹੈ। ਤੇ ਗੁਰੂ ਸਾਹਿਬ ਨੇ ਡੰਕੇ ਦੀ ਚੋਟ ਤੇ ਕਿਹਾ, ਗੁਰੂ ਸਾਹਿਬ ਨੇ ਕੋਈ ਲਿਹਾਜ਼ ਨਹੀਂ ਕੀਤਾ। ਮਹਾਰਾਜ ਕਹਿੰਦੇ ਪਿਆਰਾ ਉਹੀ ਹੈ, ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਤਿਸਕਾ ਚੇਰਾ। ਜਿਹੜਾ ਰਹਿਤ ਵਿੱਚ ਰਹਿੰਦਾ ਉਹ ਸਿੱਖ ਤਾਂ ਕਲਗੀਆਂ ਵਾਲੇ ਨੂੰ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਤੋਂ ਵੀ ਵੱਧ ਕੇ ਪਿਆਰਾ ਲੱਗਦਾ ਹੈ। ਜਿਹੜਾ ਰਹਿਤ ਵਿੱਚ ਰਹਿੰਦਾ, ਗੁਰੂ ਸਾਹਿਬ ਕਹਿੰਦੇ ਉਸ ਸਿੱਖ ਦੇ ਚਰਨਾਂ ਦੇ ਵਿੱਚ ਵੀ ਝੁਕਦਾ ਹੈ ਗੁਰੂ ਗੋਬਿੰਦ ਸਿੰਘ, ਜਿਹੜਾ ਇਸ ਰਹਿਤ ਨੂੰ ਕਮਾਉਂਦਾ, ਜਿਹੜਾ ਗੁਰਮਤਿ ਨੂੰ ਕਮਾਉਂਦਾ। ਸਤਿਗੁਰੂ ਕਹਿੰਦੇ ਇਸ ਲਈ ਸ਼ਰਨ ਵਿੱਚ ਆਇਆਂ ਦੀ ਨਿਸ਼ਾਨੀ ਹੈ, ਜੋ ਤੁਧ ਭਾਵੈ ਸੋਈ ਕਰਨਾ। ਜੋ ਉਸ ਅਕਾਲ ਪੁਰਖ ਨੂੰ, ਗੁਰੂ ਨੂੰ ਪਾਉਂਦਾ, ਜੋ ਗੁਰਮਤਿ ਤੇ ਟੁਕਦਾ, ਉਹੀ ਕਰਮ ਕਮਾਉਣੇ। ਵਿਸ਼ਰਾਮ ਦਿੰਦੇ ਸਤਿਗੁਰੂ ਬਖਸ਼ਿਸ਼ ਕਰਦੇ ਨੇ, ਰਹਾਉ ਸੋਗ ਹਰਖ ਮਹਿ ਆਵਣ ਜਾਣਾ। ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ, ਵੇਖੋ ਸੰਸਾਰ ਦੇ ਹਾਲਾਤ ਨੇ, ਬੰਦਾ ਦੁਨੀਆ ਵਿੱਚ ਆਉਂਦਾ ਹੈ, ਸੋਗ ਦੇ ਵਿੱਚ ਹੀ ਆਉਂਦਾ ਹੈ। ਦੁਨੀਆ ਦੇ ਵਿੱਚ ਜੀਵਨ ਬਤੀਤ ਕਰਦਿਆਂ ਦੋ ਤਰ੍ਹਾਂ ਦੀਆਂ ਅਵਸਥਾਵਾਂ ਹੀ ਬੰਦੇ ਦੇ ਉੱਤੇ ਬਣਦੀਆਂ ਨੇ। ਸਭ ਤੋਂ ਪਹਿਲੀ ਸੋਗ ਦੀ, ਫਿਰ ਹਰਖ ਦੀ, ਫਿਰ ਸੋਗ ਦੀ, ਫਿਰ ਹਰਖ ਦੀ। ਕਦੇ ਦੁੱਖ ਆ ਰਿਹਾ, ਕਦੇ ਸੁੱਖ ਆ ਰਿਹਾ, ਫਿਰ ਕਦੇ ਦੁੱਖ ਆ ਰਿਹਾ, ਕਦੇ ਸੁੱਖ ਆ ਰਿਹਾ। ਕਹਿੰਦੇ ਇਹ ਸੁੱਖ ਤੇ ਦੁੱਖ ਸੰਸਾਰ ਦੇ ਵਿੱਚ, ਜੀਵਨ ਦੇ ਵਿੱਚ ਸਮੇਂ ਸਿਰ ਬਦਲਦੇ ਰਹਿੰਦੇ ਆ। ਵਿਦਵਾਨਾਂ ਨੇ ਦੁੱਖ ਤੇ ਸੁੱਖ ਨੂੰ ਆਪਸ ਦੇ ਵਿੱਚ ਮਿੱਤਰ ਕਰਕੇ ਵੀ ਦਰਸਾਇਆ ਵੀ ਜਿਹੜਾ ਸੁੱਖ ਤੇ ਦੁੱਖ ਹੈ ਨਾ, ਇਹਨਾਂ ਦੋਵਾਂ ਦੀ ਆਪਸ ਵਿੱਚ ਮਿੱਤਰਤਾ ਬਹੁਤ ਡੂੰਘੀ ਹੈ। ਪੁੱਛਿਆ ਗਿਆ ਜੀ ਦੋਵਾਂ ਦੀ ਮਿੱਤਰਤਾ ਕਿਵੇਂ ਹੋ ਸਕਦੀ ਹੈ, ਦੋਵੇਂ ਵਿਪਰੀਤ ਨੇ, ਦੁੱਖ ਤੇ ਸੁੱਖ ਦਾ ਮੇਲ ਕੋਈ ਨਹੀਂ। ਕਹਿੰਦੇ ਜੇ ਮੰਨ ਲਓ ਕਿਸੇ ਸੱਜਣ ਦਾ ਘਰ ਹੋਵੇ, ਉਸ ਸੱਜਣ ਨੇ ਘਰ ਤੋਂ ਬਾਹਰ ਕਿਸੇ ਯਾਤਰਾ ਤੇ ਜਾਣਾ ਹੋਵੇ ਤੇ ਘਰ ਦੀ ਰਾਖੀ ਵਾਸਤੇ ਅਕਸਰ ਆਪਣੇ ਮਿੱਤਰ ਨੂੰ ਹੀ ਬਿਠਾ ਕੇ ਜਾਂਦਾ, ਕਿਸੇ ਬਗਾਨੇ ਨੂੰ ਨਹੀਂ ਬਿਠਾ ਕੇ ਜਾਂਦਾ। ਕਹਿੰਦੇ ਇਸੇ ਤਰ੍ਹਾਂ ਇਹ ਸਰੀਰ ਰੂਪੀ ਘਰ ਦੇ ਅੰਦਰ ਜੇ ਸੁੱਖ ਹੈ ਤੇ ਉਹ ਸੁੱਖ ਨੇ ਜਦੋਂ ਬਾਹਰ ਜਾਣਾ ਹੋਵੇ ਤੇ ਆਪਣੇ ਮਿੱਤਰ ਦੁੱਖ ਨੂੰ ਬਿਠਾ ਜਾਂਦਾ ਹੈ, ਜਦੋਂ ਦੁੱਖ ਨੇ ਬਾਹਰ ਜਾਣਾ ਹੋਵੇ ਆਪਣੇ ਮਿੱਤਰ ਸੁੱਖ ਨੂੰ ਬਿਠਾ ਜਾਂਦਾ ਹੈ। ਦੋਵੇਂ ਆਪਸ ਦੇ ਵਿੱਚ ਬੜੇ ਮਿੱਤਰਤਾ ਸੁਭਾਵ ਦੇ ਨਾਲ ਚੱਲਦੇ।
ਪਰ ਇਨਸਾਨ ਦੁੱਖ ਆਵੇ ਘਬਰਾਉਂਦਾ, ਦੁੱਖ ਤੋਂ ਬਚਦਾ। ਪਰ ਮੈਂ ਅਕਸਰ ਬੇਨਤੀ ਕਰਦਾ ਵੀ ਇਨਸਾਨ ਦੁੱਖ ਦੇ ਵਿੱਚ ਰਹਿ ਕਰਕੇ ਸ਼ਬਦ ਕਮਾਵੇ ਤੇ ਦੁੱਖ ਵਾਲ ਵਿੰਗਾ ਨਹੀਂ ਕਰ ਸਕਦਾ। ਪਰ ਜੇ ਇਨਸਾਨ ਕਵੇ ਦੁੱਖ ਬਿਲਕੁਲ ਖਤਮ ਹੋ ਜਾਵੇ, ਆਵੇ ਹੀ ਨਾ, ਇਹ ਹੋ ਨਹੀਂ ਸਕਦਾ। ਕਿਉਂਕਿ ਇਨਸਾਨ ਦਾ ਜਨਮ ਹੀ ਪੀੜਾ ਦੇ ਵਿੱਚੋਂ, ਤਕਲੀਫ ਵਿੱਚੋਂ ਹੋਇਆ। ਜੇ ਤਕਲੀਫ ਪੀੜਾ ਨਾ ਹੋਵੇ ਤੇ ਇਨਸਾਨ ਦਾ ਜਨਮ ਨਹੀਂ ਹੋ ਸਕਦਾ। ਜਦੋਂ ਮਾਤਾ ਦੇ ਗਰਭ ਤੋਂ ਬੱਚਾ ਬਾਹਰ ਆਉਂਦਾ ਹੈ, ਮਾਤਾ ਦੀ ਕੁੱਖ ਤੋਂ ਬਾਹਰ ਆਉਂਦਾ ਹੈ, ਮਾਂ ਨੂੰ ਤੇ ਬੱਚੇ ਨੂੰ ਦੋਵਾਂ ਨੂੰ ਪੀੜਾ ਦਾ, ਤਕਲੀਫ ਦਾ ਅਹਿਸਾਸ ਕਰਨਾ ਪੈਂਦਾ ਹੈ। ਜੇ ਮਾਂ ਤੇ ਬੱਚੇ ਨੂੰ ਪੀੜਾ ਦਾ ਅਹਿਸਾਸ ਨਾ ਹੋਵੇ ਤੇ ਜਨਮ ਹੀ ਨਹੀਂ। ਬੱਚਾ ਰੋਂਦਾ ਹੈ, ਪਹਿਲਾਂ ਪੀੜਾ ਦੇ ਵਿੱਚੋਂ, ਤਕਲੀਫ ਵਿੱਚੋਂ ਲੰਘਦਾ ਹੈ, ਫਿਰ ਜਨਮ ਹੁੰਦਾ ਹੈ। ਜਦੋਂ ਜਨਮ ਹੀ ਰੋਣ ਵਿੱਚੋਂ ਹੋਇਆ, ਪੀੜਾ ਵਿੱਚੋਂ ਹੋਇਆ, ਫਿਰ ਜੀਵਨ ਵਿੱਚੋਂ ਦੁੱਖ ਖਤਮ ਕਿਵੇਂ ਹੋਵੇਗਾ? ਖਤਮ ਨਹੀਂ ਹੋਣਾ। ਪਰ ਜਿਹੜਾ ਸ਼ਬਦ ਕਮਾਉਂਦਾ ਉਹਦੇ ਤੇ ਦੁੱਖ ਦਾ ਪ੍ਰਭਾਵ ਕੋਈ ਨਹੀਂ ਪੈਂਦਾ। ਪ੍ਰਭਾਵ ਇਸ ਤਰ੍ਹਾਂ ਨਹੀਂ ਪੈਂਦਾ, ਬਾਹਰ ਵਰਖਾ ਹੋ ਰਹੀ ਹੋਵੇ, ਮੀਂਹ ਪੈ ਰਿਹਾ ਹੋਵੇ, ਜਿਹਦੇ ਕੋਲ ਛਤਰੀ ਹੁੰਦੀ ਹੈ, ਬਰਸਾਤ ਤਾਂ ਹੋ ਰਹੀ ਹੈ, ਛਤਰੀ ਪਕੜਨ ਵਾਲੇ ਦਾ ਬਰਸਾਤ ਬਹੁਤਾ ਕੁਝ ਵਿਗਾੜ ਨਹੀਂ ਸਕਦੀ। ਇਸੇ ਤਰ੍ਹਾਂ ਦੁੱਖਾਂ ਦੇ ਮੀਂਹ ਵਿੱਚ ਜਿਨ੍ਹਾਂ ਕੋਲ ਨਾਮ ਦੀ ਛਤਰੀ ਹੈ, ਸਿਮਰਨ ਦੀ ਛਤਰੀ ਹੈ, ਬਾਣੀ ਦੀ ਛਤਰੀ ਹੈ, ਅੰਮ੍ਰਿਤ ਵੇਲੇ ਦੇ ਅਭਿਆਸ ਦੀ ਛਤਰੀ ਹੈ, ਦੁੱਖ ਆਉਣਗੇ ਪਰ ਦੁੱਖ ਉਸ ਬੰਦੇ ਦਾ ਕੁਝ ਵਿਗਾੜ ਨਹੀਂ ਸਕਦੇ ਜਿਹਦੇ ਕੋਲ ਜਪਜੀ ਸਾਹਿਬ ਦੀ ਛਤਰੀ ਹੋਵੇਗੀ, ਜਿਸ ਕੋਲ ਸੁਖਮਨੀ ਸਾਹਿਬ ਦੀ ਛਤਰੀ ਹੋਵੇਗੀ, ਜਿਸ ਕੋਲ ਜਾਪ ਸਾਹਿਬ ਦੀ ਛਤਰੀ ਹੋਵੇਗੀ। ਜਿਹੜਾ ਨਾਮ ਦੀ ਛਤਰੀ ਵਿੱਚ ਰਹੇਗਾ, ਨਾਮ ਦੀ ਸ਼ਰਨ ਵਿੱਚ ਰਹੇਗਾ, ਉਹਦਾ ਦੁੱਖ ਘੱਟ ਹੀ ਕੁਝ ਵਿਗਾੜਦੇ। ਸਤਿਗੁਰੂ ਕਹਿੰਦੇ ਸੁੱਖ ਉਹਨਾਂ ਨੂੰ ਹੀ ਪ੍ਰਾਪਤ ਹੈ, ਆਤਮਕ ਸੁੱਖ, ਅਸਲੀ ਸੁੱਖ ਉਹਨਾਂ ਨੂੰ ਪ੍ਰਾਪਤ ਹੈ ਜਿਹੜੇ ਇਸ ਸ਼ਬਦ ਦੀ ਵਿਚਾਰ ਨੂੰ ਸਮਝਦੇ ਆ। ਤਿੰਨ ਸੁਖ ਪਾਇਆ ਜੋ ਪ੍ਰਭ ਭਾਣਾ। ਸੁੱਖ ਅਸਲੀ ਉਹਨਾਂ ਨੂੰ ਪ੍ਰਾਪਤ ਹੈ ਜਿਹੜੇ ਪਰਮਾਤਮਾ ਦੇ ਹੁਕਮ ਨੂੰ ਬੁੱਝ ਲੈਂਦੇ ਆ, ਪਰਮਾਤਮਾ ਦੇ ਭਾਣੇ ਨੂੰ ਸਮਝ ਲੈਂਦੇ ਆ, ਉਹਦੇ ਹੁਕਮ ਦੇ ਵਿੱਚ ਸ਼ੁਕਰਾਨਾ ਕਰਦੇ ਹੋਏ ਜੀਵਨ ਬਤੀਤ ਕਰਦੇ। ਦੇਖੋ ਅਸਲ ਦੇ ਵਿੱਚ ਨਾ ਇਨਸਾਨ ਦੀ ਬੁੱਧੀ ਸੰਸਾਰਕ ਤਲ ਤੇ ਹੈ, ਇਸ ਲਈ ਬੰਦਾ ਸੁੱਖ ਨੂੰ ਸਮਝਦਾ ਨਹੀਂ, ਦੁੱਖ ਨੂੰ ਵੀ ਸਮਝਦਾ ਨਹੀਂ। ਮੰਨ ਲਓ ਕੋਈ ਕੰਮ ਸ਼ੁਰੂ ਕੀਤਾ, ਕੰਮ ਨਹੀਂ ਬਣਿਆ, ਬੰਦਾ ਦੁਖੀ ਹੋ ਜਾਂਦਾ ਹੈ, ਰੱਬ ਅੱਗੇ ਸ਼ਿਕਵਾ ਕਰਦਾ ਹੈ ਕਿ ਰੱਬ ਮੈਨੂੰ ਹੀ ਦੁੱਖ ਕਿਉਂ ਦਿੰਦਾ। ਅਸਲ ਵਿੱਚ ਇਹ ਦੁੱਖ ਨਹੀਂ। ਅੱਜ ਇੱਕ ਕੰਮ ਨਹੀਂ ਬਣਿਆ, ਘਬਰਾਓ ਨਾ। ਜੇ ਇਹ ਕੰਮ ਨਹੀਂ ਬਣਿਆ, ਇਸ ਦਾ ਮਤਲਬ ਇਹ ਕੰਮ ਤੁਹਾਡੇ ਲਈ ਬਣਿਆ ਹੀ ਨਹੀਂ ਸੀ। ਸ਼ਾਇਦ ਪ੍ਰਮਾਤਮਾ ਨੇ ਤੁਹਾਡੇ ਲਈ ਕੁਝ ਇਸ ਤੋਂ ਵਧੀਆ ਹੀ ਸੋਚਿਆ ਹੋਵੇ। ਅੱਜ ਕੱਲ੍ਹ ਤੇ ਬੰਦਾ ਬਹੁਤ ਛੇਤੀ ਘਬਰਾਉਂਦਾ, ਕਿਸੇ ਦਾ ਵੀਜ਼ਾ ਨਾ ਲੱਗੇ ਉਹ ਤਾਂ ਡਿਪਰੈਸ਼ਨ ਵਿੱਚ ਚਲਿਆ ਜਾਂਦਾ। ਫਿਰ ਲੋਕ ਸ਼ਿਕਵਾ ਕਰਦੇ ਆ, ਪ੍ਰਮਾਤਮਾ ਮੇਰੇ ਨਾਲ ਹੀ ਇਸ ਤਰ੍ਹਾਂ ਕਿਉਂ ਕਰਦਾ। ਮੈਂ ਬੇਨਤੀ ਕਰਦਾ ਹਾਂ, ਤਾਂ ਬਹੁਤ ਛੋਟੀਆਂ ਛੋਟੀਆਂ ਗੱਲਾਂ ਨੇ। ਜੇ ਇੱਕ ਮੌਕਾ ਪੂਰਾ ਨਹੀਂ ਹੋਇਆ, ਇੱਕ ਕਾਰਜ ਪੂਰਾ ਨਹੀਂ ਹੋਇਆ, ਗੁਰੂ ਤੇ ਸ਼ਿਕਵਾ ਨਾ ਕਰੋ, ਗੁਰੂ ਦੀ ਰਜ਼ਾ ਵਿੱਚ ਰਹੋ, ਗੁਰੂ ਦੇ ਸ਼ੁਕਰਾਨੇ ਵਿੱਚ ਰਹੋ। ਅੱਜ ਇੱਕ 10 ਰੁਪਈਆਂ ਦੀ ਵਸਤੂ ਨਹੀਂ ਮਿਲੀ, ਗੁਰੂ ਦੇ ਸ਼ੁਕਰਾਨੇ ਵਿੱਚ ਰਹੋਗੇ। ਕਲਗੀਆਂ ਵਾਲਾ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੁਹਾਨੂੰ ਲੱਖਾਂ ਦੀ ਦਾਤ ਤੁਹਾਡੀ ਝੋਲੀ ਵਿੱਚ ਪਾਉਣਗੇ, ਪਰ ਉਹਨਾਂ ਦੀ ਝੋਲੀ ਵਿੱਚ ਜਿਹੜੇ ਗੁਰੂ ਦੀ ਰਜ਼ਾ ਵਿੱਚ ਰਹਿੰਦੇ ਆ। ਸਤਿਗੁਰੂ ਕਹਿੰਦੇ ਇਨਸਾਨ ਵੀ ਕੀ ਕਰੇ। ਦੇਖੋ ਇਹ ਗੁਰੂ ਦਾ ਸੁਭਾਅ ਹੈ। ਮਹਾਰਾਜ ਕਹਿੰਦੇ ਇਨਸਾਨ ਕੀ ਕਰੇ। ਸੰਸਾਰ ਦੇ ਵਿੱਚ ਤਾਂ ਅਗਨ ਹੀ ਬਹੁਤ ਤੇਜ਼ ਹੈ। ਜਿਸ ਅਗਨ ਦੇ ਵਿੱਚ ਇਨਸਾਨ ਰਹਿ ਰਿਹਾ, ਅਗਨ ਸਾਗਰ ਮਹਾ ਵਿਆਪੈ ਮਾਇਆ। ਕਹਿੰਦੇ ਇਹ ਸੰਸਾਰ ਰੂਪੀ ਭਵਜਲ ਜਿਹੜਾ ਸਾਗਰ ਹੈ, ਇਹ ਅਗਨੀ ਦਾ ਸਾਗਰ ਹੈ। ਇਸ ਅਗਨੀ ਦੀ ਸਾਗਰ ਦੇ ਵਿੱਚ ਜਿਹੜੀ ਮਾਇਆ ਹੈ, ਉਹ ਪੂਰਾ ਸੇਕ ਪਹੁੰਚਾ ਰਹੀ ਹੈ। ਸਤਿਗੁਰੂ ਨੇ ਇਹ ਬਚਨ ਕੀਤੇ ਨੇ ਆਪਣੀ ਬਾਣੀ ਦੇ ਅੰਦਰ, ਆਦ ਭਵਾਨੀ ਈਸਰੀ ਮਾਇਆ ਜਾ ਕੋ ਨਾਮ, ਇਨ ਬਿਨ ਸਰੈ ਨਾ ਏਕ ਛਿਨ ਪੂਰਨ ਹੋਤ ਨਾ ਕਾਮ। ਅਕਾਲ ਪੁਰਖ ਨੇ ਸੰਸਾਰ ਬਣਾਇਆ, ਨਾਲੇ ਮਾਇਆ ਬਣਾ ਦਿੱਤੀ। ਕਹਿੰਦੇ ਮਾਇਆ ਐਸੀ ਤਾਕਤਵਰ ਬਣਾਈ ਆ, ਮਾਇਆ ਤੋਂ ਬਿਨਾ ਸਰਦਾ ਵੀ ਨਹੀਂ। ਇਨ ਬਿਨ ਸਰੈ ਨਾ ਏਕ ਛਿਨ ਪੂਰਨ ਹੋਤ ਨਾ ਕਾਮ। ਇੱਕ ਕੰਮ ਪੂਰਾ ਨਹੀਂ ਹੁੰਦਾ ਮਾਇਆ ਤੋਂ ਬਿਨਾ। ਤੇ ਸਤਿਗੁਰੂ ਨੂੰ ਭਾਈ ਦਇਆ ਸਿੰਘ ਜੀ ਨੇ ਪੁੱਛਿਆ, ਪਾਤਸ਼ਾਹ ਫਿਰ ਤਾਂ ਮਾਇਆ ਤਾਕਤਵਰ ਬੜੀ ਹੋਈ, ਜੇ ਤੋਂ ਬਿਨਾ ਸਰਦਾ ਹੀ ਨਹੀਂ। ਸਤਿਗੁਰੂ ਕਹਿੰਦੇ ਨਹੀਂ, ਮੈਂ ਸਮਝਾਉਣਾ ਚਾਹੁੰਦਾ ਵੀ ਜਿਸ ਪ੍ਰਮਾਤਮਾ ਦੀ ਬਣਾਈ ਹੋਈ ਇੱਕ ਨਿੱਕੀ ਜੀ ਚੀਜ਼
ਮਾਇਆ ਤੋਂ ਬਿਨਾ ਨਹੀਂ ਸਰਦਾ, ਫਿਰ ਜਰਾ ਇਹ ਸੋਚੋ ਪਰਮਾਤਮਾ ਦਾ ਨਾਮ ਜਪੇ ਬਿਨਾ ਬੰਦੇ ਦਾ ਕਿਵੇਂ ਸਰੇਗਾ। ਜੇ ਉਹਦੀ ਬਣਾਈ ਹੋਈ ਇੱਕ ਕਿਣਕਾ ਮਾਤਰ ਮਾਇਆ ਤੋਂ ਬਿਨਾ ਨਹੀਂ ਸਰਦਾ, ਸਰਨਾ ਪਰਮਾਤਮਾ ਦਾ ਨਾਮ ਲਏ ਬਿਨਾ ਵੀ ਨਹੀਂ। ਤੇ ਜਿਹੜੇ ਨਾਮ ਲੈਂਦੇ ਆ, ਕਹਿੰਦੇ ਉਹਨਾਂ ਦੇ ਕਦਮਾਂ ਦੇ ਵਿੱਚ ਪਰਮਾਤਮਾ ਦੀ ਬਣਾਈ ਹੋਈ ਮਾਇਆ ਆ ਕਰਕੇ ਨਮਸਕਾਰ ਕਰਦੀ ਹੈ। ਪਰ ਜਿਹੜੇ ਨਾਮ ਨਹੀਂ ਜਪਦੇ, ਉਹਨਾਂ ਨੂੰ ਇਹ ਮਾਇਆ ਅੱਗ ਦੀ ਤਰ੍ਹਾਂ ਸੇਕ ਪਹੁੰਚਾਉਂਦੀ ਹੈ। ਤੇ ਇਸ ਸੇਕ ਤੋਂ ਬਚਦੇ ਕੌਣ ਨੇ? ਸੇ ਸੀਤਲ ਜਿਨ ਸਤਿਗੁਰ ਪਾਇਆ। ਕਹਿੰਦੇ ਬਚਦੇ ਉਹ ਨੇ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਉਹ ਸੀਤਲ ਹੁੰਦੇ ਨੇ ਜਿਹੜੇ ਗੁਰੂ ਨੂੰ ਪਾ ਲੈਂਦੇ ਨੇ। ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਕੋਲ ਆਏ ਆ, ਦਰਸ਼ਨ ਕੀਤੇ ਨੇ, ਪਾਇਆ ਨਹੀਂ ਅਜੇ। ਪਾਇਆ ਉਦੋਂ ਜਾਵੇਗਾ ਜਦੋਂ ਗੁਰਮਤਿ ਤੇ ਚੱਲਾਂਗੇ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਵਾਂਗੇ, ਨਿਤਨੇਮੀ ਹੋਵਾਂਗੇ। ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਕੋਈ ਵੱਡੀ ਤੋਂ ਵੱਡੀ ਤਾਕਤ ਹੋਵੇ, ਕੋਈ ਦੇਹਧਾਰੀ ਹੋਵੇ, ਕੋਈ ਦੁਨੀਆ ਦਾ ਬਾਦਸ਼ਾਹ ਹੋਵੇ, ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਇਹ ਸਿਰ ਕਿਸੇ ਦੇ ਕਦਮਾਂ ਵਿੱਚ ਨਹੀਂ ਧਰਾਂਗੇ। ਇਹ ਸਿਰ ਸਾਡਾ ਨਹੀਂ, ਇਹ ਸਿਰ ਉਦਣ ਹੀ ਗੁਰੂ ਦਾ ਹੋ ਜਾਂਦਾ ਜਿੱਦਣ ਖੰਡੇ ਦੀ ਪੋਲ ਲੈਂਦੇ ਆ। ਤੇ ਗੁਰੂ ਦਾ ਸਿਰ ਫਿਰ ਕਦੇ ਦੁਨਿਆਵੀ ਬੰਦਿਆਂ ਅੱਗੇ ਨਹੀਂ ਝੁਕਦਾ, ਸਿਰਫ ਗੁਰੂ ਅੱਗੇ ਝੁਕਦਾ। ਸੇ ਸੀਤਲ ਜਿਨ ਸਤਿਗੁਰ ਪਾਇਆ, ਉਹੀ ਬਚਦੇ ਆ ਜਿਹੜੇ ਸਤਿਗੁਰ ਨੂੰ ਪਾਉਂਦੇ ਆ। ਮਹਾਰਾਜ ਕਹਿੰਦੇ ਇਸ ਲਈ ਅਰਦਾਸ ਕਰੋ, ਰਾਖ ਲੈ ਪ੍ਰਭ ਰਾਖਨ ਹਾਰਾ, ਕਹੋ ਨਾਨਕ ਕਿਆ ਜੰਤ ਵਿਚਾਰਾ। ਮਹਾਰਾਜ ਕਹਿੰਦੇ ਇਸ ਗੁਰੂ ਅੱਗੇ ਆ ਕੇ ਅਰਦਾਸ ਕਰੋ ਕਿ ਦੁਨੀਆ ਵਿੱਚ ਕੋਈ ਨਹੀਂ ਰੱਖ ਸਕਦਾ। ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਕੇਵਲ ਤੁਸੀਂ ਰੱਖ ਸਕਦੇ ਹੋ। ਜਿਸ ਤਰ੍ਹਾਂ ਛੱਜੂ ਝੀਵਰ ਦੀ ਕੋਈ ਬਾਤ ਨਹੀਂ ਸੀ ਪੁੱਛਦਾ, ਲੋਕ ਘਰਾਂ ਦੇ ਬੂਹੇ ਬੰਦ ਕਰਦੇ ਸੀ, ਕੋਈ ਆਪਣੇ ਘਰ ਵਿੱਚ ਰੱਖਦਾ ਨਹੀਂ ਸੀ। ਪਰ ਪਾਤਸ਼ਾਹ ਉਸ ਛੱਜੂ ਝੀਵਰ ਦੇ ਸਿਰ ਤੇ ਜਦੋਂ ਤੁਸੀਂ ਮਿਹਰਾਂ ਵਾਲੀ ਛੜੀ ਟਿਕਾਈ, ਜਦੋਂ ਆਪਣੀ ਅੰਮ੍ਰਿਤ ਭਰੀ ਦ੍ਰਿਸ਼ਟੀ ਨਾਲ ਦੇਖਿਆ, ਜਿਹਨੂੰ ਆਪਣੇ ਘਰ ਵਿੱਚ ਕੋਈ ਨਹੀਂ ਸੀ ਰੱਖਦਾ, ਉਸ ਛੱਜੂ ਝੀਵਰ ਦਾ ਨਾਮ ਅੱਜ ਘਰ ਘਰ ਵਿੱਚ ਲਿਆ ਜਾ ਰਿਹਾ ਹੈ। ਤਾਂ ਜੇ ਗੁਰੂ ਦੀ ਸ਼ਰਨ ਵਿੱਚ ਆਇਆ, ਕਹੋ ਨਾਨਕ ਕਿਆ ਜੰਤ ਵਿਚਾਰਾ, ਅਸੀਂ ਅਲਪੱਗ ਜੀਵਾਂ, ਤੁਸੀਂ ਕਿਰਪਾ ਕਰਕੇ ਸਾਡੀ ਬਾਹ ਪਕੜੋ, ਸਾਡੀ ਪੱਤ ਰੱਖੋ। ਸ਼ਬਦ ਦੀ ਵਿਚਾਰ ਅਗਾਧ ਬੋਧ ਹੈ, ਇਸ ਰਸਨਾ ਦੁਆਰਾ ਮੁਕੰਮਲ ਵਿਚਾਰ ਨਹੀਂ ਹੋ ਸਕਦੀ। ਵਿਚਾਰ ਕਰਦਿਆਂ ਨੇਕਾਂ ਭੁੱਲਾਂ ਹੋਈਆਂ ਆਪ ਸਭ ਸੰਗਤ ਨੇ ਬਖਸ਼ ਦੇਣਾ। ਅਰਦਾਸ ਕਰਨੀ, ਸੁਣਿਆ ਸੁਣਾਇਆ ਆਪਾਂ ਆਪਣੇ ਜੀਵਨ ਦੇ ਵਿੱਚ ਕਮਾ ਸਕੀਏ। ਆਪ ਸਭ ਸੰਗਤ ਦਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਰੋਮ ਰੋਮ ਕਰਕੇ ਧੰਨਵਾਦ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਧੰਨਵਾਦ। ਅਖੀਰ ਵਿੱਚ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸਮੁੱਚੀਆਂ ਸੰਗਤਾਂ ਨੂੰ ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਪੰਜਵਾਂ ਤਖਤ ਵੱਲੋਂ ਸਿੰਘ ਸਾਹਿਬ ਬਾਬਾ ਬਲਵੀਰ ਸਿੰਘ ਜੀ 96 ਕਰੋੜੀ ਤਿੰਨਾਂ ਵੱਲੋਂ ਬੇਅੰਤ ਬੇਅੰਤ ਵਧਾਈਆਂ। ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।